वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 133। ਲੋਹਗੜ੍ਹ ਤੇ ਸਢੌਰੇ ਦਾ ਕਿਲਾ ਬੰਦਾ ਸਿੰਘ ਖਾਲੀ ਕਰ ਗਿਆ। ਬੰਦਾ ਸਿੰਘ ਨੇ ਸਢੌਰੇ ਅਤੇ ਲੋਹਗੜ੍ਹ ਦੀਆਂ ਦੋਵੇਂ ਗੜੀਆਂ ਨਿਸ਼ਚਿਤ ਰਣਨੀਤੀ ਤਹਿਤ ਅਤੇ ਸੋਚੀ ਸਮਝੀ ਵਿਉਂਤ ਨਾਲ ਖਾਲੀ ਕਰ ਦਿੱਤੀਆਂ ਅਤੇ ਸਿੰਘਾਂ ਨੂੰ ਨਾਲ ਲੈ ਕੇ ਪਹਾੜਾਂ ਵਿੱਚ ਅਲੋਪ ਹੋ ਗਿਆ ਸੀ। ਉਹ ਜਾਣਦਾ ਸੀ ਕਿ ਦਾਰੂ ਸਿੱਕੇ ਅਤੇ ਦਾਣੇ ਪੱਠੇ ਤੋਂ ਬਿਨਾਂ ਅਤੇ ਬਾਹਰੋਂ ਕਿਸੇ ਵੀ ਕਿਸਮ ਦੇ ਬਾਹੂਬਲ ਦੀ ਮਦਦ ਤੋਂ ਬਗੈਰ ਗੜੀਆਂ ਵਿੱਚ ਘਿਰ ਕੇ ਲੰਮੇ ਸਮੇਂ ਤੱਕ ਲੜਿਆ ਨਹੀਂ ਜਾ ਸਕਦਾ। ਘੇਰਾ ਪਾਉਣ ਵਾਲੀਆਂ ਫੌਜਾਂ ਦੀ ਪਿੱਠ ਉੱਤੇ ਸਮੁੱਚੇ ਹਿੰਦੁਸਤਾਨ ਦੀ ਹਕੂਮਤ ਦੀ ਤਾਕਤ ਸੀ। ਦਾਰੂ ਸਿੱਕੇ ਨਵੇਂ ਹਥਿਆਰ ਅਤੇ ਸੱਜਰ ਸ਼ਾਹ ਫੌਜਾਂ ਜੋ ਨਿੱਤ ਆ ਕੇ ਰਲ ਜਾਂਦੀਆਂ ਸਨ ਦੀ ਕੋਈ ਘਾਟ ਨਹੀਂ ਸੀ। ਜ਼ਖਮੀਆਂ ਲਈ ਜਰਾਹਾਂ ਅਤੇ ਹਕੀਮਾਂ ਦਾ ਯੋਗ ਪ੍ਰਬੰਧ ਸੀ, ਪਰ ਇੱਧਰ ਅੰਦਰਲਿਆਂ ਨੂੰ ਕੋਈ ਵੀ ਸਹੂਲਤ ਹਾਸਿਲ ਨਹੀਂ ਸੀ। ਗੜੀਆਂ ਦੀ ਓਟ ਛੱਡ ਕੇ ਮੈਦਾਨ ਵਿੱਚ ਡਟ ਕੇ ਲੜਨ ਲਈ ਸਭ ਤੋਂ ਜ਼ਰੂਰੀ ਚੀਜ਼ ਤੋਪਖਾਨਾ ਹੁੰਦਾ ਹੈ, ਉਹ ਵੀ ਉਹਨਾਂ ਪਾਸ ਕੋਈ ਨਹੀਂ ਸੀ। ਇਸ ਲਈ ਗੜੀਆਂ ਵਿੱਚ ਬੈਠ ਕੇ ਬਹੁਤਾ ਲੰਮਾ ਸਮਾਂ ਟਾਕਰਾ ਕਰਨਾ ਜਾਂ ਗੜੀਆਂ ਛੱਡ ਕੇ ਮੈਦਾਨ ਵਿੱਚ ਜੰਮ ਕੇ ਮੁਗਲ ਫੌਜਾਂ ਦਾ ਮੁਕਾਬਲਾ ਕਰਨਾ ਸਿੰਘਾਂ ਦੇ ਵੱਸ ਦੀ ਗੱਲ ਨਹੀਂ ਸੀ। ਦੂਜੇ ਪਾਸੇ ਬੰਦਾ ਸਿੰਘ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ। ਹੁਣ ਉਸ ਪਾਸ ਇੱਕ ਹੀ ਰਸਤਾ ਸੀ, ਗੁਰੀਲਾ ਲੜਨ ਢੰਗ ਦਾ, ਜਿਸ ਵਿੱਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਇਸ ਤਰ੍ਹਾਂ ਇੱਕ ਪਾਸੇ ਮੁਗਲ ਫੌਜਾਂ ਨੂੰ ਇੰਨਾ ਜਿੱਚ ਕੀਤਾ ਜਾਵੇ ਕਿ ਸੁੱਖ ਦਾ ਸਾਹ ਨਾ ਲੈ ਸਕਣ ਅਤੇ ਦੂਜੇ ਪਾਸੇ ਆਪਣੀ ਸ਼ਕਤੀ ਨੂੰ ਵਧਾਇਆ ਜਾਵੇ। ਜਦ ਫਿਰ ਤਾਕਤ ਬਣ ਜਾਵੇ ਤਾਂ ਮੁਗਲ ਰਾਜ 'ਤੇ ਭਰਪੂਰ ਵਾਰ ਕਰਕੇ ਜੜੋਂ ਪੁੱਟ ਦਿੱਤਾ ਜਾਵੇ। ਫੌਜ ਦੀ ਸਿਖਲਾਈ ਫੌਜ ਨਾਲ ਲੜਨ ਦੀ ਹੁੰਦੀ ਹੈ। ਗੁਰੀਲਾ ਜੋ ਪਬਲਿਕ ਵਿੱਚ ਪਬਲਿਕ ਦੇ ਲਿਬਾਸ ਵਿੱਚ ਵਿਚਰਦਾ ਹੈ, ਉਸ ਦੀ ਪਛਾਣ ਔਖੀ ਹੁੰਦੀ ਹੈ ਅਤੇ ਉਸ ਨਾਲੋਂ ਪਬਲਿਕ ਨੂੰ ਨਖੇੜਨਾ ਸੌਖਾ ਨਹੀਂ ਹੁੰਦਾ। ਪਰ ਮੁਸਲਮਾਨ ਵਸੋਂ ਬਹੁਤੀ ਹੋਣ ਕਰਕੇ ਇਹ ਪੱਖ ਵੀ ਬੰਦਾ ਸਿੰਘ ਲਈ ਜ਼ਿਆਦਾ ਮਦਦਗਾਰ ਨਹੀਂ ਸੀ। ਨਿਰਸੰਦੇਹ ਮੁਸਲਮਾਨ ਰਿਆਇਆ ਵੀ ਮੁਗਲ ਸਾਮਰਾਜ ਦੀ ਸੌਖੀ ਨਹੀਂ ਸੀ, ਪਰ ਜਦ ਮੌਲਵੀ ਮੁਲਾਣੇ ਤੁਅੱਸਬ ਵਸ ਨਿੱਤ ਆਮ ਲੋਕਾਂ ਦੇ ਕੰਨਾਂ ਵਿੱਚ ਪਾਈ ਜਾਂਦੇ ਸਨ ਕਿ ਇਹ ਕਾਫਰਾਂ ਦੀ ਇਸਲਾਮੀ ਰਾਜ ਵਿਰੁੱਧ ਬਗਾਵਤ ਹੈ, ਹਰ ਪੱਗ ਬੰਨ੍ਹ ਮੁਸਲਮਾਨ ਉੱਤੇ ਫਰਜ਼ ਹੈ ਕਿ ਉਹ ਕਾਫਰਾਂ ਦੇ ਖਾਤਮੇ ਦੇ ਲਈ ਸਰਕਾਰ ਦੀ ਸਹਾਇਤਾ ਕਰੇ। ਕਾਫਰਾਂ ਦਾ ਖਾਤਮਾ ਹੀ ਇਸਲਾਮ ਦਾ ਵਾਧਾ ਹੈ। ਏਸ਼ੀਆ ਅਤੇ ਯੂਰਪ ਵਿੱਚ ਧਰਮ ਦੇ ਨਾਂ 'ਤੇ ਬੜੇ ਬੜੇ ਜ਼ੁਲਮ ਹੋਏ ਹਨ। ਉਸ ਪਾਸੇ ਪਾਦਰੀਆਂ ਅਤੇ ਏਸ਼ੀਆ ਵਿੱਚ ਖਾਸ ਤੌਰ 'ਤੇ ਹਿੰਦੁਸਤਾਨ ਦੀ ਧਰਤੀ ਉੱਤੇ ਬ੍ਰਾਹਮਣਾਂ ਅਤੇ ਮਲਾਉਣਿਆਂ ਨੇ ਇਨਸਾਨੀ ਖੂਨ ਡੀਕਾਂ ਲਾ ਲਾ ਕੇ ਪੀਤਾ ਹੈ। ਏਸ਼ੀਆ ਦੇ ਮੁਲਕ ਦੀ ਪੁਲਿਸ ਨੂੰ ਡਾਕੂਆਂ, ਲੁਟੇਰਿਆਂ ਅਤੇ ਬੁੱਚੜਾਂ ਦੀ ਤਬੀਅਤ ਯਾਫਤਾ ਹਥਿਆਰਾਂ ਨਾਲ ਲੈਸ ਕਾਨੂੰਨ ਅਤੇ ਇਨਸਾਫ ਨੂੰ ਪੈਰਾਂ ਥੱਲੇ ਰੋਲਣ ਵਾਲੀ ਗੱਦੀ 'ਤੇ ਬੈਠੇ ਮਾਲਕ ਦਾ ਹਲਾ ਦਾ ਇਸ਼ਾਰਾ ਪਾ ਕੇ ਇਨਸਾਫ ਮੰਗਣ ਵਾਲੇ ਲੋਕਾਂ ਨੂੰ ਚੀਰ ਪਾੜ ਕੇ ਧਰ ਦੇਣ ਵਾਲੀ ਖੂਨੀ ਧਾੜ ਕਹਿਣਾ ਕੋਈ ਅਤਕਥਨੀ ਨਹੀਂ। ਰਿਆਇਆਂ ਦੀ ਜਾਨ ਮਾਲ ਦੀ ਰਾਖੀ ਦੀ ਬਜਾਏ ਰਿਆਇਆਂ ਦੀ ਜਾਨ ਕੱਢਣਾ ਅਤੇ ਉਸ ਦਾ ਮਾਲ ਲੁੱਟਣਾ, ਲੋਟੂਆਂ ਅਤੇ ਧਾੜਵੀਆਂ ਦੀ ਪਰਵਰਿਸ਼ ਕਰਨਾ ਇਸ ਦਾ ਮੁੱਖ ਕਰਤੱਵ ਸੀ ਅਤੇ ਅੱਜ ਵੀ ਹੈ। ਪਰ ਏਸ਼ੀਆ ਦੇਸ਼ਾਂ ਦੀ ਪੁਲਿਸ ਦਾ ਹਾਲ ਬਦ ਤੋਂ ਬੱਤਰ ਹੈ। ਕੁਝ ਸਾਲ ਹੋਏ ਹਨ ਆਜ਼ਾਦ ਭਾਰਤ ਵਿੱਚ ਯੂਪੀ ਦੀ ਪੁਲਿਸ ਦੇ ਕੁਕਰਮਾਂ ਬਾਰੇ ਪੜਤਾਲ ਕਰਕੇ ਆਪਣੀ ਰਿਪੋਰਟ ਵਿੱਚ ਜਸਟਿਸ ਮੁੱਲਾ ਨੇ ਜੋ ਰਿਮਾਰਕਸ ਦਿੱਤੇ ਹਨ, ਪੜ੍ਹ ਕੇ ਸ਼ਾਇਦ ਬੇਰਹਿਮ ਜਲਾਦਾਂ ਦੇ ਵੀ ਸਿਰ ਸ਼ਰਮ ਨਾਲ ਝੁਕ ਜਾਣ। ਮੁਗਲਾਂ ਦੇ ਰਾਜਕਾਲ ਵਿੱਚ ਇਹ ਪੁਲਿਸ ਦੇ ਸਤਾਏ ਹੋਏ ਲੋਕ ਇਸਲਾਮੀ ਰਾਜ ਨਾਲੋਂ ਬੰਦਾ ਸਿੰਘ ਦੇ ਪ੍ਰਬੰਧ ਨੂੰ ਚੰਗਾ ਸਮਝ ਕੇ ਉਸ ਦੀ ਫੌਜ ਵਿੱਚ ਆਣ ਭਰਤੀ ਹੋਏ ਸਨ। ਮੁਲਾਣਿਆਂ ਦਾ ਅਸਰ ਇੰਨਾ ਹਾਵੀ ਸੀ ਕਿ ਮੁਸਲਮਾਨ ਜਨਤਾ ਖੁੱਲ੍ਹ ਕੇ ਬੰਦਾ ਸਿੰਘ ਨਾਲ ਜੁੜ ਨਾ ਸਕੀ। ਮੁਲਾਣਿਆਂ ਦੇ ਝੂਠੇ ਕੁਫਰ ਤੂਫਾਨ ਨੂੰ ਕੱਟਣ ਲਈ ਬੰਦਾ ਸਿੰਘ ਪਾਸ ਕੋਈ ਪ੍ਰਚਾਰਕ ਮਸ਼ੀਨਰੀ ਨਹੀਂ ਸੀ। ਉਸ ਦੀਆਂ ਸਿਰਫ ਉਹ ਕਾਰਵਾਈਆਂ ਹੀ ਸਨ ਜਿਸ ਕਾਰਨ ਬਿਨਾਂ ਵਿਤਕਰੇ ਹਿੰਦੂ ਮੁਸਲਮਾਨਾਂ ਨੂੰ ਰਾਹਤ ਮਿਲੀ। ਦੂਜੇ ਪਾਸੇ ਹਿੰਦੂ ਤਾਂ ਅਸਲੋਂ ਅਣਖਹੀਣ ਅਤੇ ਸਾਹਸਹੀਣ ਹੋਏ ਪਏ ਸਨ। ਸਿੱਖ ਗੁਰੀਲਿਆਂ ਦੀ ਉਹ ਵੀ ਖੁੱਲ੍ਹ ਕੇ ਜੁਰਅਤ ਨਾਲ ਮਦਦ ਨਹੀਂ ਸਨ ਕਰ ਸਕਦੇ। ਕੋਈ ਦੁਸ਼ਮਣ ਜੇ ਬਦਲਾ ਲੈਣ ਲਈ ਸਰਕਾਰ ਨੂੰ ਇਹ ਲੂਤੀ ਲਾ ਦੇਵੇ ਕਿ ਫਲਾਣਾ ਬੰਦਾ ਸਿੱਖਾਂ ਦਾ ਹਮਾਇਤੀ ਹੈ ਤਾਂ ਉਸ ਲਈ ਦਿਲ ਵਿੱਚ ਹਮਦਰਦੀ ਰੱਖਦਾ ਹੈ, ਤਾਂ
ਆ ਕੇ ਝੂਠ ਸੱਚ ਨਿਤਾਰਨ ਲਈ ਕਿਸ ਨੇ ਤਫਤੀਸ਼ ਕਰਨੀ ਸੀ? ਬਸ ਪੀੜ ਦਿਓ, ਘਾਣ ਬੱਚਾ ਘਾਣ। ਸੂਰਜ ਦੇ ਪ੍ਰਕਾਸ਼ ਵਿੱਚ ਤਾਂ ਕੋਈ ਕਿਸੇ ਰਾਠ ਸਿੰਘ ਵੱਲ ਅੱਖ ਭਰ ਕੇ ਤੱਕਦਾ ਵੀ ਨਹੀਂ ਸੀ ਕਿ ਮਤੇ ਉਸ ਦੀ ਸ਼ਿਕਾਇਤ ਹੋ ਜਾਵੇ ਕਿ ਫਲਾਣਾ ਕਿਸੇ ਵੱਲ ਸਨੇਹ ਨਾਲ ਵੇਖ ਰਿਹਾ ਸੀ। ਹੋਰ ਕਿਸੇ ਕਿਸਮ ਦੀ ਸਹਾਇਤਾ ਦੇਣੀ ਤਾਂ ਦੂਰ ਦੀ ਗੱਲ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਹਨਾਂ ਮੰਦੀਆਂ ਹਾਲਤਾਂ ਵਿੱਚ ਵੀ ਕਈ ਦਿਲ ਗੁਰਦੇ ਵਾਲੇ ਟਾਵੇਂ ਹਿੰਦੂ ਅਤੇ ਮੁਸਲਮਾਨ ਰਾਠ ਸਿੰਘਾਂ ਲਈ ਦਿਲ ਵਿੱਚ ਦਰਦ ਰੱਖਦੇ ਸਨ। ਸਡੋਰੇ ਅਤੇ ਲੋਹਗੜ੍ਹ ਦੇ ਕਿਲੇ ਖਾਲੀ ਹੋ ਜਾਣ ਨੂੰ ਅਬਦੁਸ ਸਮਦ ਖਾਂ ਨੇ ਇਸ ਨੂੰ ਆਪਣੀ ਬੜੀ ਜਿੱਤ ਸਮਝਿਆ ਅਤੇ ਲਾਹੌਰ ਨੂੰ ਵਾਪਸ ਮੁੜ ਆਇਆ। ਆਪਣੇ ਪੁੱਤਰ ਜ਼ਕਰੀਆ ਖਾਂ, ਜੋ ਜੰਮੂ ਦਾ ਫੌਜਦਾਰ ਸੀ, ਨੂੰ ਬੰਦਾ ਸਿੰਘ ਵਿਰੁੱਧ ਫਤਿਹ ਦੀ ਬਾਦਸ਼ਾਹ ਨੂੰ ਰਿਪੋਰਟ ਦੇਣ ਲਈ ਦਿੱਲੀ ਭੇਜਿਆ। ਬਾਦਸ਼ਾਹ ਬੜਾ ਖੁਸ਼ ਹੋਇਆ ਅਤੇ ਇਸ ਨੂੰ ਖਿਲਤ, ਜੜਾਊ ਕਲਗੀ, ਝੰਡਾ ਅਤੇ ਧੌਂਸਾ ਇਨਾਮ ਹੋਏ। ਇੰਨੀ ਦਿਨੀ ਰਾਜਪੂਤਾਨੇ ਵਿੱਚ ਰਾਮ ਰੌਲਾ ਪਿਆ ਹੋਇਆ ਸੀ, ਜੋ ਜ਼ਕਰੀਆ ਖਾਂ, ਕਮਰੂਦੀਨ ਦੇ ਭਾਈ ਮੁਜ਼ੱਫਰ ਖਾਂ, ਰਾਜਾ ਸ਼ਬੀਲਾ ਰਾਮ, ਗੰਧਰਬ ਸਿੰਘ ਅਤੇ ਰੁਸਤਮ ਖਾਂ ਨੂੰ ਫਿਰ ਖਿਲਤਾਂ ਆਦਿ ਦੇ ਕੇ ਰਾਜਪੂਤਾਨੇ ਦੀ ਮੁਹਿੰਮ ਤੇ ਜਾਣ ਦੀ ਤਿਆਰੀ ਦਾ ਹੁਕਮ ਹੋਇਆ। ਅਬਦੁਸ ਸਮਦ ਖਾਂ, ਜੋ ਇਸ ਵੇਲੇ ਮੁਲਤਾਨ ਦੀ ਮੁਹਿੰਮ ਤੋਂ ਮੁੜਿਆ ਹੀ ਸੀ, ਨੂੰ ਦਿੱਲੀ ਸੱਦ ਲਿਆਉਣ ਲਈ 2 ਚੌਬਦਾਰ ਭੇਜੇ। ਉਹ 6 ਮਾਰਚ 1714 ਈਸਵੀ ਨੂੰ ਆਣ ਹਾਜ਼ਰ ਹੋਇਆ ਅਤੇ ਉਸ ਦਾ ਵੀ ਬਹੁਤ ਵਧੀਆ ਸਨਮਾਨ ਕੀਤਾ ਗਿਆ ਅਤੇ ਉਸ ਨੂੰ ਵੀ ਰਾਜਪੂਤਾਨੇ ਨੂੰ ਜਾਣ ਵਾਲੀ ਮੁਹਿੰਮ ਦੇ ਨਾਲ ਜਾਣ ਲਈ ਨਿਯਤ ਕੀਤਾ ਗਿਆ। ਸਿੰਘਾਂ ਉੱਤੇ ਬਹੁਤ ਬੁਰੇ ਦਿਨ ਆਉਣੇ। ਜੰਮੂ ਦੇ ਫੌਜਦਾਰ ਜ਼ਕਰੀਆ ਖਾਂ ਅਤੇ ਉਸ ਦੇ ਬਾਪ ਅਬਦੁਸ ਸਮਦ ਖਾਂ ਸੂਬੇਦਾਰ ਲਾਹੌਰ ਨੂੰ ਦਿੱਲੀ ਸੱਦ ਕੇ ਰਾਜਪੂਤਾਨੇ ਦੀ ਮੁਹਿੰਮ ਨਾਲ ਜਾਣ ਦੀ ਨਿਯਤ ਕਰ ਦੇਣ ਬਾਰੇ ਦੱਸਦਾ ਹੈ ਕਿ ਇਸ ਵੇਲੇ ਸਿੱਖਾਂ ਦੀ ਹਾਲਤ ਪੰਜਾਬ ਵਿੱਚ ਬਿਲਕੁਲ ਟੁੱਟ ਚੁੱਕੀ ਹੋਵੇਗੀ। ਜੇ ਇੰਜ ਨਾ ਹੁੰਦਾ ਤਾਂ ਉਹਨਾਂ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਅਤੇ ਜੰਮੂ ਹੀ ਰਹਿਣ ਦਿੱਤਾ ਜਾਂਦਾ। ਫਰੰਕਸ਼ੀਅਰ ਦਾ ਰਾਜਕਾਲ ਸਿੰਘਾਂ ਉੱਤੇ ਬੜੀ ਔਖ ਦਾ ਸਮਾਂ ਸੀ। ਮਿਸ ਕਾਰਨਰ ਦੀ ਲਿਖਤ ਗਵਾਹ ਹੈ ਕਿ ਫਰੰਕਸ਼ੀਅਰ ਦਾ ਰਾਜਕਾਲ ਸਿੱਖਾਂ ਵਿਰੁੱਧ ਬੜੀ ਜ਼ਾਲਮਾਨਾ ਨੀਤੀ ਕਰਕੇ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹੈ। ਪੜ੍ਹਨ ਵਾਲਿਆਂ ਦੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਿੰਘਾਂ ਦੇ ਜ਼ੋਰ ਘਟਣ ਅਤੇ ਸਰਕਾਰ ਵੱਲੋਂ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੇ ਨਿੱਤ ਨਵੇਂ ਹੁਕਮਾਂ ਨਾਲ ਸਰਕਾਰੀ ਹਾਕਮਾਂ ਅਤੇ ਦੂਸਰੇ ਲੋਕਾਂ ਦੇ ਹੌਸਲੇ ਵੱਧ ਗਏ ਅਤੇ ਉਹਨਾਂ ਦੀ ਹੁਣ ਬਹੁਤ ਚੜ੍ਹ ਮੱਚੀ ਹੋਈ ਸੀ। ਉਹਨਾਂ ਸਮਝ ਲਿਆ ਸੀ ਕਿ ਹੁਣ ਦੇ ਦਬਾਏ ਸਿੱਖ ਕਦੀ ਨਹੀਂ ਉੱਠ ਸਕਣਗੇ। ਇਸ ਲਈ ਉਹ ਹੁਣ ਆਪਣੀਆਂ ਮਨਮਾਨੀਆਂ ਕਰ ਰਹੇ ਸਨ। ਜਿੱਧਰ ਵੀ ਦਾਉ ਲੱਗਦਾ ਸਿੰਘਾਂ ਦਾ ਜਿਉਣਾ ਔਖਾ ਕਰ ਦਿੰਦੇ। ਸਰਹੰਦ, ਮਾਝੇ ਦੇ ਰਿਆੜਕੀ ਦੇ ਮੁਸਲਮਾਨ ਤਾਂ ਸਿੰਘਾਂ ਦੇ ਜਾਨੀ ਦੁਸ਼ਮਣ ਬਣੇ ਹੋਏ ਸਨ। ਉਹ ਸਮਝਦੇ ਸਨ ਕਿ ਸਿੱਖ ਹੀ ਬੰਦਾ ਸਿੰਘ ਦੀ ਤਾਕਤ ਦਾ ਸੋਮਾ ਹਨ। ਇਹ ਸੋਮਾ ਹੀ ਖਤਮ ਕਰ ਦਿੱਤਾ ਜਾਵੇ। ਇਸ ਲਈ ਹਰ ਕੋਈ ਸਿੰਘਾਂ ਨੂੰ ਫੜਨਾ ਮਾਰਨਾ ਆਪਣਾ ਇਸਲਾਮੀ ਫਰਜ਼ ਸਮਝਣ ਲੱਗ ਪਿਆ। ਲਾਹੌਰ ਤਾਂ ਸੀ ਹੀ ਮੁਗਲ ਰਾਜ ਦਾ ਕੇਂਦਰ, ਪਰ ਸਰਹੰਦ, ਸੁਲਤਾਨਪੁਰ ਲੋਧੀ, ਕਲਾਨੌਰ, ਬਟਾਲਾ ਅਤੇ ਕਾਹਨੂੰਵਾਨ 1.5 ਕੁ ਸਾਲ ਤੋਂ ਮੁਸਲਮਾਨ ਸ਼ਕਤੀ ਦੇ ਅੱਡੇ ਬਣੇ ਹੋਏ ਸਨ। ਮੁਲਾਣਿਆਂ ਨੇ ਆਪਣੇ ਤਵੱਸਵੀ ਪ੍ਰਚਾਰ ਦੇ ਅਸਰ ਨਾਲ ਆਮ ਮੁਸਲਮਾਨਾਂ ਨੂੰ ਵੀ ਕੱਟੜਪੁਣੇ ਵਿੱਚ ਹੋਰਨਾਂ ਨਾਲੋਂ ਜ਼ਿਆਦਾ ਅੰਨ੍ਹਿਆ ਕੀਤਾ ਹੋਇਆ ਸੀ। ਖੇਤੀਬਾੜੀ ਉਜਾੜਦੇ, ਚੰਗੇ ਪਸ਼ੂ ਖੋਲ ਖਿੰਝ ਕੇ ਲੈ ਜਾਂਦੇ, ਖੁੱਲ੍ਹਮ ਖੁੱਲ੍ਹਾ ਗਊਆਂ ਹਲਾਲ ਕਰਦੇ, ਹਿੰਦੂਆਂ ਦੀ ਬਹੁਤ ਬੇਇੱਜ਼ਤੀ ਕੀਤੀ ਜਾਂਦੀ। ਕਾਹਨੂੰਵਾਨ ਦੇ ਪਰਗਣੇ ਨੂੰ ਮੁਸਲਮਾਨਾਂ ਨੇ ਖਾਸ ਤੌਰ 'ਤੇ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਕਾਹਨੂੰਵਾਨ ਦੇ ਪਰਗਣੇ 'ਚੋਂ ਜਗਤ ਸਿੰਘ ਦਾ ਉੱਠਣਾ। ਪਿੰਡ ਕੀੜੀ ਪਠਾਨਾ ਕਾਹਨੂੰਵਾਨ ਦੇ ਪਰਗਣੇ ਦਾ ਪਠਾਣਾਂ ਦਾ ਉੱਘਾ ਪਿੰਡ ਸੀ। ਇਹ ਪਠਾਣ ਬੰਨਾਂ ਵਿੱਚ ਨਹੀਂ ਸਨ ਮਿਆਉਂਦੇ ਅਤੇ ਸਾਰੇ ਪਰਗਣੇ ਵਿੱਚੋਂ ਇਹਨਾਂ ਦੇ ਸਿਰਾਂ ਨੂੰ ਕੱਟੜਪੁਣੇ ਦਾ ਜਨੂੰਨ ਜ਼ਿਆਦਾ ਹੀ ਚੜ੍ਹਿਆ ਹੋਇਆ ਸੀ। ਇਹਨਾਂ ਦਾ ਆਗੂ ਮੁਹੰਮਦ ਇਸਹਾਕ ਖਾਨ ਨਾਮੀ ਪਠਾਨ ਸੀ, ਜੋ ਬਹੁਤ ਹੀ ਜ਼ਾਲਮ ਅਤੇ ਮਗਰੂਰ ਸੀ। ਇੱਥੋਂ ਦਿਆਂ ਮੁਲਾਣਿਆਂ ਤਾਂ ਅਸਲੋਂ ਹੀ ਅੱਤ ਚੁੱਕੀ ਹੋਈ ਸੀ। ਮਾਲੂਮ ਹੁੰਦਾ ਕਿ ਇਹਨਾਂ ਮੁਲਾਣਿਆਂ ਨੇ ਚੁਫੇਰੇ ਦੇ ਸਿੱਖ ਪਿੰਡਾਂ ਨੂੰ ਇੰਨਾ ਦੁਖੀ ਕੀਤਾ ਕਿ ਉਹਨਾਂ ਨੇ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਸੀ ਰਹਿ ਗਿਆ, ਕਿਉਂਕਿ ਤੰਗ ਆਇਆ ਆਦਮੀ ਲੜਾਈ 'ਤੇ ਉਤਰ ਆਉਂਦਾ।
ਇਰਦ ਗਿਰਦ ਦੇ ਪਿੰਡਾਂ ਦੇ ਸਤਾਏ ਹੋਏ ਲੋਕ ਕਾਹਨੂੰਵਾਨ ਦੇ ਪਰਗਣੇ ਦੇ ਇੱਕ ਉੱਗੇ ਰਾਠ ਸਿੰਘ ਸਰਦਾਰ ਜਗਤ ਸਿੰਘ ਦੀ ਜਥੇਦਾਰੀ ਵਿੱਚ ਆਣ ਇਕੱਠੇ ਹੋਏ। 27 ਮਾਰਚ 1714 ਈਸਵੀ ਵਾਲੇ ਦਿਨ ਸਰਦਾਰ ਜਗਤ ਸਿੰਘ ਆਪਣੇ ਭਰਾਵਾਂ, ਨੌਕਰਾਂ ਅਤੇ ਸਿੱਖਾਂ ਦੇ ਜਥੇ ਨੂੰ ਨਾਲ ਲੈ ਕੇ ਪਹਿਰ ਦਿਨ ਚੜ੍ਹੇ ਪਿੰਡ ਉੱਤੇ ਜਾ ਪਿਆ ਅਤੇ ਬਿਨਾਂ ਰੋਕ ਟੋਕ ਪਠਾਣਾਂ ਦੀ ਗੜੀ ਵਿੱਚ ਜਾ ਘੁਸਿਆ। ਪਠਾਣ ਅੱਗੋਂ ਕਿਹੜੇ ਘੱਟ ਸਨ, ਝੱਟ ਟਾਕਰੇ ਲਈ ਉੱਠੇ। ਉਹ ਕੁਝ ਦੇਰ ਤਾਂ ਵਾਹਵਾ ਅੜੇ, ਪਰ ਸਿੰਘਾਂ ਅੱਗੇ ਕੋਈ ਪੇਸ਼ ਨਾ ਗਈ। ਮੁਹੰਮਦ ਇਸਹਾਕ ਖਾਨ ਅਤੇ ਉਸ ਦੇ ਕਈ ਸਾਥੀ ਮਾਰੇ ਗਏ। ਬਹੁਤ ਸਾਰੇ ਪਿੰਡ ਛੱਡ ਕੇ ਤੁਰ ਭੱਜੇ। 60,000 ਰੁਪਏ ਦਾ ਇਸ ਪਿੰਡ ਅਤੇ ਇਰਦ ਗਿਰਦ ਦਿਆਂ ਪਿੰਡਾਂ ਦਾ ਮਾਲ, ਜੋ ਉਹਨਾਂ ਸੰਭਾਲਣ ਲਈ ਮੁਹੰਮਦ ਮੀਰ ਦੇ ਪਾਸ ਗੜੀ ਵਿੱਚ ਰੱਖਿਆ ਹੋਇਆ ਸੀ, ਹਮਲਾ ਕਰਨ ਵਾਲਿਆਂ ਸਿੰਘਾਂ ਦੇ ਹੱਥ ਆਇਆ। ਸਿਰਫ ਉਹਨਾਂ ਇਹ ਭਲੀ ਗੁਜ਼ਾਰੀ ਕਿ ਪਿੰਡ ਨੂੰ ਸਾੜ ਫੂਕ ਕੇ ਸੁਆਹ ਨਹੀਂ ਕੀਤਾ। ਇਹ ਮਾਰ ਦਾ ਅਸਰ ਇਹ ਹੋਇਆ ਕਿ ਕਈ ਉੱਗੇ ਮੋਮਣ ਘਰਾਣੇ ਪਿੰਡ ਹੀ ਛੱਡ ਗਏ। ਇਸ ਵਾਕਿਆ ਤੋਂ 14 ਕੁ ਦਿਨ ਬਾਅਦ ਅਬਦੁਸ ਸਮਦ ਖਾਂ ਅਤੇ ਉਸ ਦਾ ਪੁੱਤਰ ਜ਼ਕਰੀਆ ਖਾਂ ਰਾਜਪੂਤਾਨੇ ਦੀ ਮੁਹਿੰਮ ਤੋਂ ਵਾਪਸ ਦਿੱਲੀ ਪਰਤੇ। ਬਾਦਸ਼ਾਹ ਨੂੰ ਕੀੜੀ ਪਠਾਨਾਂ ਦੇ ਵਾਕੇ ਦੀ ਖਬਰ ਪਹੁੰਚ ਚੁੱਕੀ ਸੀ ਕਿ ਸਿੱਖ ਫਿਰ ਸਿਰ ਉਠਾ ਰਹੇ ਹਨ। ਸੋ ਇਹਨਾਂ ਪਿਓ ਪੁੱਤਾਂ ਨੂੰ ਖਿੱਲਤਾਂ ਅਤੇ ਇਨਾਮ ਇਕਰਾਮ ਦੇ ਕੇ ਹੁਕਮ ਦਿੱਤਾ ਗਿਆ ਕਿ ਆਪਣੇ ਸੂਬਿਆਂ ਵਿੱਚ ਜਾ ਕੇ ਪ੍ਰਬੰਧ ਦਰੁਸਤ ਕਰਨ ਅਤੇ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲ ਦੇਣ। ਬੀਬੀ ਸਾਹਿਬ ਕੌਰ ਨਾਲ ਦੂਜੀ ਸ਼ਾਦੀ। ਇੰਨੀ ਦਿਨੀ ਬੰਦਾ ਸਿੰਘ ਜੰਮੂ ਦੇ ਪਹਾੜਾਂ ਵਿੱਚ ਭਿੰਬਰ ਤੋਂ 2 ਕੁ ਮੀਲ ਦੱਖਣ ਚੜ੍ਹਦੇ ਵਿੱਚ ਦਰਿਆ ਚਨਾਬ ਦੇ ਖੱਬੇ ਕੰਢੇ ਇੱਕ ਸੁਰੱਖਿਅਤ ਥਾਂ, ਜਿਸ ਨੂੰ ਹੁਣ ਡੇਰਾ ਬਾਬਾ ਬੰਦਾ ਸਿੰਘ ਸਾਹਿਬ ਕਿਹਾ ਜਾਂਦਾ ਹੈ ਅਤੇ ਅੱਜ ਵੀ ਇਸ ਥਾਂ ਤੇ ਉਸ ਦੀ ਔਲਾਦ ਵਸਦੀ ਹੈ, ਤੇ ਦਿਨ ਗੁਜ਼ਾਰ ਰਿਹਾ। ਕਿਸੇ ਐਸੇ ਢੁਕਵੇਂ ਸਮੇਂ ਦੀ ਤਾੜ ਵਿੱਚ ਸੀ ਕਿ ਇੱਥੋਂ ਫਿਰ ਉੱਠ ਕੇ ਮੁਗਲ ਰਾਜ ਨੂੰ ਭਰਵੀਂ ਸੱਟ ਮਾਰ ਕੇ ਖੇਰੂ ਖੇਰੂ ਕਰ ਦਿੱਤਾ ਜਾਵੇ ਅਤੇ ਮੁੜ ਖਾਲਸਾਈ ਨਿਸ਼ਾਨ ਥੱਲੇ ਆਜ਼ਾਦ ਹਕੂਮਤ ਕਾਇਮ ਕੀਤੀ ਜਾਵੇ। ਇਸ ਥਾਂ ਉਹ ਅਕਤੂਬਰ 1713 ਈਸਵੀ ਤੋਂ ਲੈ ਕੇ ਫਰਵਰੀ 1715 ਤੱਕ ਰਿਹਾ। ਇਸ ਸਮੇਂ ਵਿੱਚ ਉਸ ਨੇ ਕੀ ਕੁਝ ਕੀਤਾ, ਇਸ ਬਾਰੇ ਇਤਿਹਾਸ ਬਿਲਕੁਲ ਖਾਮੋਸ਼ ਹੈ। ਸਿਰਫ ਇੰਨਾ ਹੀ ਪਤਾ ਲੱਗਦਾ ਹੈ ਕਿ ਉਸ ਨੇ ਵਜ਼ੀਰਾਬਾਦ ਦੇ ਇੱਕ ਖੱਤਰੀ ਦੀ ਲੜਕੀ ਸਾਹਿਬ ਕੌਰ ਨਾਲ ਦੂਜੀ ਸ਼ਾਦੀ ਰਚਾਈ, ਜਿਸ ਨੇ ਸਮਾਂ ਪਾ ਕੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਰਣਜੀਤ ਸਿੰਘ ਰੱਖਿਆ। ਗਿਆਨੀ ਗਿਆਨ ਸਿੰਘ ਜੀ ਕਰਤਾ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਦੇ ਇਸ ਇਲਜ਼ਾਮ ਦੀ ਕਿ ਬੰਦਾ ਸਿੰਘ ਇਸ ਸਮੇਂ ਗੁਰੂ ਬਣ ਬੈਠਾ ਅਤੇ ਆਪਣੀ ਪੂਜਾ ਕਰਾਉਣ ਲੱਗ ਪਿਆ ਸੀ, ਸਮਕਾਲੀ ਇਤਿਹਾਸਕਾਰਾਂ ਦੀਆਂ ਲਿਖਤਾਂ 'ਚੋਂ ਪੁਸ਼ਟੀ ਨਹੀਂ ਹੁੰਦੀ। ਸਰਕਾਰੀ ਅਤੇ ਗੈਰ ਸਰਕਾਰੀ ਰੋਜ਼ਾਨਾਮਚੇ ਵੀ ਬਿਲਕੁਲ ਖਾਮੋਸ਼ ਹਨ। ਉਹ ਅੰਮ੍ਰਿਤਸਰ ਆ ਕੇ ਗੁਰੂ ਬਣ ਗੱਦੀ ਲਾ ਕੇ ਬੈਠਾ ਹੋਵੇ, ਇਸ ਦਾ ਕਿਧਰੇ ਜ਼ਿਕਰ ਨਹੀਂ ਲੱਭਦਾ। ਮਾਤਾ ਸੁੰਦਰ ਕੌਰ ਜੀ ਅਤੇ ਫਰਕਸ਼ੀਅਰ ਵਿਚਕਾਰ ਕੋਈ ਬਾਤਚੀਤ ਚੱਲੀ ਹੋਵੇ ਅਤੇ ਉਹਨਾਂ ਬੰਦੇ ਸਿੰਘ ਵਿਰੁੱਧ ਕੋਈ ਫਤਵਾ ਦਿੱਤਾ ਹੋਵੇ, ਜਾਂ ਬੰਦਾ ਅਤੇ ਖਾਲਸਾ ਜੀ ਦਰਮਿਆਨ ਕੋਈ ਟੱਕਰ ਹੋਈ ਹੋਵੇ। ਫਤਿਹ ਦਰਸ਼ਨ ਦਾ ਨਾਅਰਾ ਅਤੇ ਖਾਲਸੇ ਦਾ ਉਸ ਨੂੰ ਨਾ ਮਨਜ਼ੂਰ ਕਰਨਾ, ਮਾਸਾਹਾਰੀ ਅਤੇ ਸ਼ਾਕਾਹਾਰੀ ਸਿੰਘਾਂ ਦਾ ਕੋਈ ਵਿਵਾਦ, ਜਾਂ ਕਸ਼ਹਿਰੀ ਦੀ ਲੰਬਾਈ 'ਤੇ ਝਗੜਾ ਹੋਇਆ ਹੋਵੇ, ਇਹਨਾਂ ਗੱਲਾਂ ਦਾ ਕੋਈ ਸਬੂਤ ਨਹੀਂ। ਇਹ ਸਭ ਸਿਰਿਓਂ ਹੀ ਨਿਰਮੂਲ ਹਨ। ਅੱਜ ਵੀ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਮਾਸ ਨਹੀਂ ਖਾਂਦਾ। ਖਾਣ ਵਾਲਿਆਂ ਸਿੱਖਾਂ ਨਾਲ ਉਹਨਾਂ ਦਾ ਕੋਈ ਝਗੜਾ ਨਹੀਂ। ਮਿਸਾਲ ਵਜੋਂ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਾਮਧਾਰੀਏ ਅਤੇ ਹੋਰ ਜੋ ਵਿਵੇਕ ਦੇ ਪਹਿਰੇ ਵਿੱਚ ਵਿਚਰਦੇ ਹਨ, ਇਹਨਾਂ ਦੀ ਮਾਸ ਛਕ ਲੈਣ ਵਾਲਿਆਂ ਨਾਲ ਕੋਈ ਟੱਕਰ ਨਹੀਂ। ਬੰਦਾ ਸਿੰਘ ਅਤੇ ਵਿਨੋਦ ਸਿੰਘ ਵਿਚਕਾਰ ਗੁਰਦਾਸ ਨੰਗਲ ਦੇ ਘੇਰੇ ਸਮੇਂ ਯੁੱਧ ਨੀਤੀ ਅਤੇ ਵੱਖ-ਵੱਖ ਰਾਏ ਹੋ ਗਈ ਸੀ, ਜੋ ਮਾਮੂਲੀ ਤਕਰਾਰ ਦਾ ਰੂਪ ਧਾਰਨ ਕਰ ਗਈ ਅਤੇ ਇਸ ਤੋਂ ਵੱਧ ਕੁਛ ਨਹੀਂ ਸੀ ਹੋਇਆ। ਵਿਨੋਦ ਸਿੰਘ ਨੂੰ ਖੁੱਲ੍ਹ ਦੇ ਦਿੱਤੀ ਸੀ ਕਿ ਉਹ ਬੇਸ਼ੱਕ ਕਿਲ੍ਹਾ ਛੱਡ ਜਾਵੇ, ਜੋ ਉਹ ਛੱਡ ਗਿਆ। ਕੋਈ ਹੋਰ ਸਿੰਘ ਉਸ ਨਾਲ ਨਹੀਂ ਗਿਆ। ਉਸ ਦਾ ਆਪਣਾ ਲੜਕਾ ਕਾਹਨ ਸਿੰਘ ਵੀ ਉਸ ਨਾਲ ਨਹੀਂ ਗਿਆ। ਗ੍ਰਿਫਤਾਰੀ ਹੋ ਕੇ ਦਿੱਲੀ ਜਾਣ ਵਾਲਿਆਂ ਵਿੱਚ ਉਹ ਵੀ ਸੀ। ਜਾਪਦਾ ਕਿ ਬੰਦਾ ਸਿੰਘ ਦੀ ਸ਼ਹਾਦਤ ਪਿੱਛੋਂ ਕਿਸੇ ਬੇਸਮਝ ਅਤੇ ਆਪ ਹੁਦਰੇ ਬੰਦੇ ਨੇ ਉੱਪਰਲੀਆਂ ਗੱਪਾਂ ਦਾ ਪ੍ਰਵਾਹ ਚਲਾਇਆ ਹੈ, ਜੋ ਗਿਆਨੀ ਗਿਆਨ ਸਿੰਘ ਜੀ ਦੀ ਕਲਮ 'ਤੇ ਆਣ ਟਿਕਿਆ ਅਤੇ ਬੇਵਜ੍ਹਾ ਹੀ ਲਿਸ਼ਕਦੇ ਪੁਸ਼ਕਦੇ ਇਤਿਹਾਸ ਨੂੰ ਗੰਧਲਾ ਕਰ ਗਿਆ। ਬੰਦਾ ਸਿੰਘ ਕਦੀ ਵੀ ਪੰਥ ਵਿੱਚੋਂ ਛੇਕਿਆ ਨਹੀਂ ਸੀ ਗਿਆ। ਗਿਆਨੀ ਜੀ ਦੀਆਂ ਲਿਖਤਾਂ ਨੂੰ ਛੱਡ ਕੇ ਅੱਜ ਵੀ ਸਮਕਾਲੀ ਇਤਿਹਾਸ ਤੇ ਇਹਨਾਂ ਸਮਕਾਲੀ ਲਿਖਤਾਂ ਦੇ ਆਧਾਰ ਤੇ ਜੋ ਪਿੱਛੇ ਵੀ ਲਿਖਿਆ ਗਿਆ ਹੈ,
ਬੰਦਾ ਸਿੰਘ ਤੇ ਲਾਈਆਂ ਗਈਆਂ ਉਜਾਂ ਦੀ ਤਸਦੀਕ ਵਜੋਂ ਕੋਈ ਇੱਕ ਸਤਰ ਵੀ ਪੇਸ਼ ਨਹੀਂ ਕਰ ਸਕਦੇ। ਇਹ ਸਭ ਨਿਰਮੂਲ ਅਤੇ ਬੇਬੁਨਿਆਦ ਹੈ। ਸਿੱਖ ਇਤਿਹਾਸ ਵਿੱਚ ਘਚੋਲਾ ਮਾਰਨ ਤੋਂ ਛੁੱਟ ਇਹ ਕੁਝ ਨਹੀਂ। ਪਾਠਕਾਂ ਨੂੰ ਇਸ ਬਾਰੇ ਸਦਾ ਸੁਚੇਤ ਰਹਿਣਾ ਚਾਹੀਦਾ ਹੈ। ਚੜ੍ਹਦੇ ਵਿਸਾਖ ਨਾਲ ਪੰਜਾਬ ਵਿੱਚ ਕਣਕ ਦੀ ਵਾਢੀ ਪੈ ਜਾਂਦੀ ਹੈ। ਮਾਲੂਮ ਹੁੰਦਾ ਹੈ ਕਿ ਵਾਢੀ ਦੇ ਖਿਆਲ ਨਾਲ ਕੁਝ ਸਿੰਘ ਪਹਾੜਾਂ ਤੋਂ ਉਤਰ ਕੇ ਮੈਦਾਨ ਵਿੱਚ ਆਏ ਤਾਂ ਕਿ ਆਪਣੇ ਘਰਦਿਆਂ ਦਾ ਹੱਥ ਵਟਾਉਣ। ਮੁਖਬਰਾਂ ਨੇ ਇਸ ਗੱਲ ਦੀ ਸੂਹ ਸਰਕਾਰ ਨੂੰ ਦੇ ਦਿੱਤੀ। ਸਰਹੰਦ ਫੌਜ ਦੇ ਬਖਸ਼ੀ ਸ਼ਰਫੂਦੀਨ ਨੇ ਫੌਜੀ ਦਸਤੇ ਲੈ ਕੇ ਕਣਕ ਵੱਢਦਿਆਂ ਸਿੰਘਾਂ ਉੱਤੇ ਜਾ ਧਾਵਾ ਕੀਤਾ। ਖੇਤਾਂ ਵਿੱਚ ਵਾਢੀ ਕਰਦਿਆਂ ਸਿੰਘਾਂ ਪਾਸ ਦਾਤੀਆਂ ਤੋਂ ਸਿਵਾ ਹੋਰ ਕੀ ਹੋਣਾ ਸੀ। ਸਿੰਘਾਂ ਨੇ ਦਾਤੀਆਂ ਨਾਲ ਹੀ ਮੁਕਾਬਲਾ ਕੀਤਾ ਅਤੇ ਦਾਤੀਆਂ ਨਾਲ ਹੀ ਕਈ ਸਿਪਾਹੀਆਂ ਦੇ ਢਿੱਡ ਪਾੜ ਸੁੱਟੇ ਅਤੇ ਕਈਆਂ ਨੂੰ ਘੋੜਿਆਂ ਤੋਂ ਧੂ ਥੱਲੇ ਡੇਗ ਲਿਆ। ਸ਼ਸਤਰ ਖੋਹ ਕੇ ਉਹਨਾਂ ਹੀ ਘੋੜਿਆਂ ਤੇ ਚੜ੍ਹ ਬੈਠੇ। ਸਰਹੰਦੀ ਫੌਜ ਦੇ ਕਈ ਸਵਾਰ ਮਾਰੇ ਗਏ ਅਤੇ ਬਹੁਤ ਸਾਰੇ ਫੱਟੜ ਹੋਏ। ਦੂਜੇ ਪਾਸੇ ਸਿੰਘ ਵੀ ਘਾਇਲ ਹੋਏ ਅਤੇ ਮਾਰੇ ਗਏ। ਸਰਹੰਦੀ ਫੌਜ ਨੁਕਸਾਨ ਕਰਾ ਕੇ ਪਿੱਛੇ ਹਟ ਗਈ। ਦੂਸਰੇ ਦਿਨ ਫੌਜ ਨੇ ਜ਼ਿਆਦਾ ਗਿਣਤੀ ਅਤੇ ਤਿਆਰੀ ਨਾਲ ਹਮਲਾ ਕੀਤਾ। ਪਰ ਅੱਜ ਸਿੰਘ ਹੱਥੋਂ ਖਾਲੀ ਨਹੀਂ ਸਨ। ਕਣਕ ਦਿਆਂ ਪੱਕਿਆਂ ਖੇਤਾਂ ਵਿੱਚ ਗਹਿ ਗੱਚ ਮੁਕਾਬਲਾ ਹੋਇਆ। ਸਰਹੰਦੀਆਂ ਦੇ ਕੁਝ ਸਵਾਰ 18 ਘੋੜੇ ਮਾਰੇ ਗਏ। ਬਹਾਦਰ ਨਾਮੀ ਇੱਕ ਜਮਾਦਾਰ ਅਤੇ 22 ਸਿਪਾਹੀ ਜ਼ਖਮੀ ਹੋਏ। ਇਸ ਦੀ ਖਬਰ 17 ਅਪ੍ਰੈਲ ਨੂੰ ਫਰੰਟੀਅਰ ਪਾਸ ਦਿੱਲੀ ਪੁੱਜੀ। ਸਰਹੰਦ ਨੇ ਫੌਜਦਾਰ ਜ਼ੈਨਦੀਨ ਅਹਿਮਦ ਖਾਂ ਨੇ ਆਪਣੀ ਫੌਜ ਦੀ ਇਸ ਤਰ੍ਹਾਂ ਹੋਈ ਦੁਰਗਤ ਤੇ ਬੜਾ ਵੱਟ ਖਾਧਾ। ਆਪਣੇ ਭਤੀਜੇ ਮੀਰ ਅਬੁਲ ਮੁਕਾਰਮ ਦੀ ਕਮਾਂਡ ਹੇਠ 2000 ਸਵਾਰ ਸਿੰਘਾਂ ਵਿਰੁੱਧ ਗਸ਼ਤ ਕਰਕੇ ਉਹਨਾਂ ਨੂੰ ਮਾਰ ਮੁਕਾਉਣ ਜਾਂ ਫੜ ਲਿਆਉਣ ਲਈ ਭੇਜੇ। ਇੰਨਾ ਸਾਰਾ ਇਲਾਕਾ ਗਾਹ ਮਾਰਿਆ। ਇਹ ਫੌਜ ਜਦ ਚੱਕਰ ਲਾਉਂਦੀ ਰੋਪੜ ਲਾਗੇ ਪੁੱਜੀ ਤਾਂ ਸਿੰਘਾਂ ਨਾਲ ਟਾਕਰਾ ਹੋ ਗਿਆ, ਜਿਸ ਵਿੱਚ ਤੀਰਾਂ ਨਾਲ ਫੌਜ ਦਾ ਚੌਖਾ ਨੁਕਸਾਨ ਹੋਇਆ। ਇਸ ਘਟਨਾ ਦੀ ਖਬਰ 7 ਮਈ ਨੂੰ ਦਿੱਲੀ ਬਾਦਸ਼ਾਹ ਪਾਸ ਪੁੱਜੀ, ਜਿਸ ਵਿੱਚ ਲਿਖਿਆ ਹੋਇਆ ਹੈ ਕਿ 300 ਸਿੱਖ ਕਤਲ ਹੋਏ ਅਤੇ ਬਾਦਸ਼ਾਹੀ ਫੌਜ ਦੇ 200 ਸਵਾਰ ਅਤੇ ਪਿਆਦੇ ਮਰੇ ਅਤੇ ਕੁਝ ਬੁਰੀ ਤਰ੍ਹਾਂ ਜ਼ਖਮੀ ਹੋਏ। ਪੰਜਾਬ ਵਿੱਚ ਅਮਨ ਦਾ ਸਵਾ ਸਾਲ। ਅਕਤੂਬਰ ਸੰਨ 1713 ਈਸਵੀ ਤੋਂ ਲੈ ਕੇ ਫਰਵਰੀ ਸੰਨ 1715 ਤੱਕ ਜਿੰਨਾ ਚਿਰ ਬੰਦਾ ਸਿੰਘ ਆਪਣੇ ਸਾਥੀਆਂ ਨਾਲ ਚਨਾਬ ਕੰਢੇ ਸਥਿਤ ਡੇਰਾ ਬਾਬਾ ਬੰਦਾ ਸਿੰਘ ਵਿਖੇ ਰਿਹਾ, ਪੰਜਾਬ ਵਿੱਚ ਇਹ ਸਵਾ ਕੁ ਸਾਲ ਅਮਨ ਚੈਨ ਦਾ ਸੀ। ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਦੀ ਵਿਆਪਕ ਕਾਰਗੁਜ਼ਾਰੀ ਦਾ ਕੋਈ ਪੂਰਾ ਵੇਰਵਾ ਨਹੀਂ ਮਿਲਦਾ। ਇਸ ਸਮੇਂ ਮੁਗਲ ਦਰਬਾਰ ਵਿੱਚ ਪੁੱਜਣ ਵਾਲੀਆਂ ਖਬਰਾਂ ਵੀ ਕੋਈ ਖਾਸ ਸਹਾਇਤਾ ਨਹੀਂ ਕਰਦੀਆਂ। ਕਿਧਰੇ ਟਾਵਾਂ ਜ਼ਿਕਰ ਆਉਂਦਾ ਹੈ, ਜਿੱਥੇ ਇਹ ਸਪਸ਼ਟ ਨਹੀਂ ਹੁੰਦਾ ਕਿ ਹੋਈ ਟੱਕਰ ਵਿੱਚ ਕੌਣ ਉੱਘਾ ਸਿੱਖ ਸਰਦਾਰ ਸ਼ਾਮਿਲ ਸੀ। ਬਾਦਸ਼ਾਹ ਨੂੰ ਜੋ ਖਬਰਾਂ ਭੇਜੀਆਂ ਜਾਂਦੀਆਂ ਸਨ, ਉਹਨਾਂ ਵਿੱਚ ਸਿੱਖ ਸਰਦਾਰਾਂ ਦੇ ਨਾਂ ਕਿਧਰੇ ਘੱਟ ਹੀ ਆਉਂਦੇ ਹਨ। ਇਸ ਲਈ ਜਿੱਥੇ ਸਿੱਖ ਸਰਦਾਰ ਜਾਂ ਜਥਿਆਂ ਨੇ ਮੱਲਾਂ ਮਾਰੀਆਂ ਜਾਂ ਸ਼ਾਹੀ ਫੌਜ ਨਾਲ ਟੱਕਰਾਂ ਲਈਆਂ, ਉੱਥੇ ਬਾਦਸ਼ਾਹ ਨੂੰ ਖਬਰਾਂ ਇਸ ਤਰ੍ਹਾਂ ਗੋਲ-ਮੋਲ ਕਰਕੇ ਭੇਜੀਆਂ ਗਈਆਂ ਹੋਈਆਂ ਹਨ ਕਿ ਉਹਨਾਂ ਵਿੱਚੋਂ ਇੰਜ ਭਾਸੇ ਕਿ ਇਸ ਵਿੱਚ ਬੰਦਾ ਸਿੰਘ ਮੌਜੂਦ ਸੀ, ਤਾਂ ਕਿ ਬਾਦਸ਼ਾਹ ਵੱਲੋਂ ਪ੍ਰਸੰਨਤਾ ਮਿਲ ਸਕੇ। ਇਸ ਸਵਾ ਕੁ ਸਾਲ ਦੇ ਸਮੇਂ ਦੀਆਂ ਖਬਰਾਂ 'ਚੋਂ ਕੋਈ ਸੱਚਾਈ ਲੱਭ ਸਕਣਾ ਕਾਫੀ ਮੁਸ਼ਕਿਲ ਹੈ। ਇਹ ਨਿੱਕੀਆਂ-ਮੋਟੀਆਂ ਟੱਕਰਾਂ ਐਸੀਆਂ ਨਹੀਂ ਸਨ ਜੋ ਸਰਕਾਰ ਦੀ ਨੀਂਦ ਹਰਾਮ ਕਰ ਸਕਣ। ਗਸ਼ਤੀ ਫੌਜ ਜੋ ਅੱਗੇ ਸਿੰਘਾਂ ਦੇ ਡਰੋਂ ਉਹਨਾਂ ਦੇ ਅਸਲ ਟਿਕਾਣਿਆਂ ਵੱਲ ਮੂੰਹ ਨਹੀਂ ਸਨ ਕਰਦੀਆਂ, ਹੁਣ ਜਰਾ ਹੌਸਲੇ ਨਾਲ ਫਿਰਨ ਲੱਗੀ ਅਤੇ ਵਾਹੀ ਜੋਤੀ ਵਿੱਚ ਰੁੱਝੇ ਮਿਲਵਰਤਣੀਏ ਸਿੱਖਾਂ ਨੂੰ ਅਜਾਈ ਪਰੇਸ਼ਾਨ ਕਰਦੀ ਫਿਰਦੀ ਸੀ। ਮੁਖਬਰ ਆਪਣੀ ਹੋਂਦ ਨੂੰ ਸਰਕਾਰ ਦੀਆਂ ਨਜ਼ਰਾਂ ਵਿੱਚ ਲਾਭਦਾਇਕ ਅਤੇ ਸਰਕਾਰ ਦੇ ਹਿੰਤੂ ਬਣਾਈ ਰੱਖਣ ਲਈ ਗੁਰਮੁਖ ਸਿੱਖਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਸਨ ਅਤੇ ਆਪਣੀਆਂ ਨਿੱਜੀ ਕਿੜਾਂ ਵੀ ਕੱਢ ਜਾਂਦੇ ਸਨ। ਇਸ 15-16 ਮਹੀਨਿਆਂ ਦੇ ਸਮੇਂ ਵਿੱਚ ਪੰਜਾਬ ਅੰਦਰ ਚੁੱਪ-ਚਾਂ ਰਹੀ। ਸਰਕਾਰ ਦਾ ਹੱਥ ਉੱਤੇ ਸੀ, ਪਰ ਇਹ ਅਮਨ ਦਾ ਦੌਰ ਬਹੁਤੀ ਦੇਰ ਨਾ ਚੱਲ ਸਕਿਆ। ਸਰਕਾਰ ਲਈ ਇਸ ਦਾ ਦੇਰ ਤੱਕ ਸੰਭਾਲਾ ਕਰੀ ਰੱਖਣਾ ਮੁਸ਼ਕਿਲ ਹੋ ਰਿਹਾ ਸੀ। ਸੰਨ 1714 ਈਸਵੀ ਦੇ ਆਰੰਭ ਵਿੱਚ ਬਾਦਸ਼ਾਹ ਫਰੰਟੀਅਰ ਵੱਲੋਂ ਜ਼ੈਨੂਦੀਨ ਅਹਿਮਦ ਖਾਂ ਦੀ ਥਾਂ ਸਰਹੰਦ ਦਾ ਫੌਜਦਾਰ ਖਿਦਮਤ ਤਲਬ ਖਾਂ ਨਿਯਤ ਕੀਤਾ ਗਿਆ ਸੀ। ਇਸ ਨੂੰ ਹੁਕਮ ਸੀ ਕਿ ਸਿੱਖਾਂ ਤੇ ਡਾਢੀ ਕਰੜੀ ਨਿਗਾਹ ਰੱਖੇ, ਜਿਸ ਪਾਸੇ ਵੀ ਸਿਰ ਚੁੱਕਣ ਸਖਤੀ ਨਾਲ ਦਬਾ ਦਿੱਤੇ ਜਾਣ। ਇਹ ਪਹਿਲੇ ਫੌਜਦਾਰਾਂ ਨਾਲੋਂ ਵਧੇਰੇ ਚਤੁਰ, ਸਖਤ ਸੁਭਾਅ ਅਤੇ ਧੁਨ ਦਾ ਪੱਕਾ ਆਦਮੀ ਸੀ।
ਬਾਦਸ਼ਾਹ ਦੀ ਨਜ਼ਰ ਵਿੱਚ ਛੇਤੀ ਤੋਂ ਛੇਤੀ ਭੱਲ ਖੱਟਣ ਦਾ ਚਾਹਵਾਨ ਸੀ। ਇਹ ਉਹ ਜ਼ੁਲਮੀ ਦੌਰ ਸੀ ਜਿਸ ਵਿੱਚ ਪਰਜਾ ਨੂੰ ਸੁਖੀ ਰੱਖਣ ਅਤੇ ਹੋਰ ਤਰੱਕੀ ਦੇ ਕੰਮ ਕਰਕੇ ਇੰਨੀ ਭੱਲ ਨਹੀਂ ਸੀ ਮਿਲ ਸਕਦੀ ਜਿੰਨੀ ਸਿੱਖਾਂ ਉੱਤੇ ਜ਼ੁਲਮ ਤੋੜ ਕੇ, ਉਹਨਾਂ ਨੂੰ ਘਰੋਂ ਘਾਟੋਂ ਕੱਢ ਕੇ, ਉਹਨਾਂ ਦੀ ਫਸਲ ਬਾੜੀ ਤਬਾਹ ਕਰਕੇ ਅਤੇ ਹੱਥ ਆਇਆਂ ਦੇ ਸਿਰ ਵੱਢ ਕੇ ਅਤੇ ਮੁਗਲ ਦਰਬਾਰ ਵਿੱਚ ਘੁਲਾ ਕੇ ਮਿਲਦੀ ਸੀ। ਇਸ ਦੀ ਖਾਹਿਸ਼ ਸੀ ਕਿ ਸਿੱਖ ਉਸ ਦੇ ਛੇਤੀ ਛੇਤੀ ਹੱਥ ਚੜ੍ਹਨ ਅਤੇ ਉਹ ਆਪਣੇ ਮਾਲਕ ਨੂੰ ਆਪਣੇ ਜੌਹਰ ਦਿਖਾ ਸਕੇ। ਕਈ ਵਾਰ ਸਮਾਂ ਬੜੇ ਸੋਹਣੇ ਢੋ ਝੁਕਾ ਦਿੰਦਾ ਹੈ। ਇਸ ਵੇਲੇ ਸਿੰਘ ਪਹਾੜਾਂ ਵੱਲੋਂ ਮੈਦਾਨਾਂ ਨੂੰ ਉਤਰ ਰਹੇ ਸਨ। ਇਸ ਲਈ ਨਵੇਂ ਫੌਜਦਾਰ ਨੇ ਬੜੀ ਵੱਡੀ ਨਵੀਂ ਫੌਜ ਭਰਤੀ ਕਰ ਲਈ ਤਾਂ ਕਿ ਉਹ ਸਿੰਘਾਂ ਦੇ ਪਹਾੜਾਂ ਵੱਲੋਂ ਉਤਰਨ ਦੇ ਟਿਕਾਣਿਆਂ ਦੀ ਦੇਖਭਾਲ ਕਰ ਸਕੇ ਅਤੇ ਉਹਨਾਂ ਨੂੰ ਉਤਰਦਿਆਂ ਨੂੰ ਹੀ ਦਬੋਚ ਲਵੇ ਜਾਂ ਮਗਰ ਪੈ ਕੇ ਉਹਨਾਂ ਨੂੰ ਘੇਰ ਕੇ ਮਾਰ ਮੁਕਾਏ। ਪਹਾੜਾਂ ਦੇ ਪੈਰ ਦੇ ਨਾਲ ਨਾਲ ਮੁਖਬਰਾਂ ਦਾ ਜਾਲ ਵਿਛਾ ਦਿੱਤਾ ਜੋ ਹਰ ਕਿਸਮ ਦੀ ਹਿਲਜੁਲ ਦੀ ਫੌਜ ਨੂੰ ਸੂਹ ਦੇਣ। ਸਿੰਘ ਵੀ ਡਾਢੀ ਔਖ ਵਿੱਚ ਸਨ। ਉਹਨਾਂ ਦੇ ਕਿਲੇ ਤਾਂ ਮੁਗਲ ਸਰਕਾਰ ਦੇ ਪਹਿਲਾਂ ਹੀ ਹੱਥਾਂ ਵਿੱਚ ਆ ਚੁੱਕੇ ਸਨ। ਮੈਦਾਨਾਂ ਵਿੱਚ ਉਹਨਾਂ ਪਾਸ ਕੋਈ ਪੱਕਾ ਪ੍ਰਬੰਧ ਨਹੀਂ ਸੀ ਜਿਸ ਆਸਰੇ ਉਹ ਕੁਝ ਸਮਾਂ ਸੌਖਾ ਗੁਜ਼ਾਰ ਸਕਣ। ਦੂਜੇ ਪਾਸੇ ਮੁਗਲ ਰਾਜ ਦੇ ਹਮਾਇਤੀ ਸਾਰੇ ਪਾਸੇ ਉਹਨਾਂ ਵਿਰੁੱਧ ਉੱਠ ਖੜੇ ਹੋਏ ਸਨ। ਇਸ ਲਈ ਸਿੰਘਾਂ ਵਾਸਤੇ ਪਹਾੜਾਂ ਨੂੰ ਛੱਡ ਕੇ ਮਾਲਵੇ ਬੀਕਾਨੇਰ ਵੱਲ ਉਤਰ ਸਕਣਾ ਬਹੁਤ ਹੀ ਮੁਸ਼ਕਿਲ ਸੀ। ਇਸ ਹਾਲਤ ਵਿੱਚ ਉਹਨਾਂ ਲਈ ਮੁੜ ਪਹਾੜਾਂ ਨੂੰ ਚੜ੍ਹ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਪਹਾੜੀਏ ਵੀ ਇੰਨੇ ਜੋਗੇ ਨਹੀਂ ਸਨ ਕਿ ਉਹਨਾਂ ਦੀ ਔਖੀ ਘੜੀ ਕਟਾ ਸਕਣ। ਇਹ ਲੋਕ ਪਰਲੇ ਦਰਜੇ ਦੇ ਡਰਾਕਲ ਅਤੇ ਆਪਣੇ ਛੋਟੀ ਜਿਹੀ ਸੁਆਰਥ ਖਾਤਰ ਵੱਡੇ ਤੋਂ ਵੱਡਾ ਧੋਖਾ ਕਰਨ ਵਾਲੇ ਅਤੇ ਬੇਇਤਬਾਰੇ ਲੋਕ ਸਨ। ਪਹਾੜੀਏ ਕਿਸੇ ਦੇ ਮਿੱਤ ਨਹੀਂ ਹੁੰਦੇ। ਪਹਿਲਾਂ ਕਲਗੀਧਰ ਜੀ ਨੇ ਹਿੰਦੂਆਂ ਦੀ ਰੱਖਿਆ ਅਤੇ ਇੱਜ਼ਤ ਆਬਰੂ ਨਾਲ ਜਿਉਣ ਦੇ ਹੱਕ ਲਈ ਸੰਘਰਸ਼ ਕੀਤਾ ਜਿਸ ਵਿੱਚ ਬੇਗਿਣਤ ਸਿੰਘ ਤੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਅਤੇ ਉਹਨਾਂ ਪਿੱਛੋਂ ਜਦ ਹੁਣ ਬੰਦਾ ਸਿੰਘ ਨੇ ਖਾਲਸੇ ਦੀ ਸਹਾਇਤਾ ਨਾਲ ਇਹਨਾਂ ਪਹਾੜੀ ਸਿਰੋਂ ਗੁਲਾਮੀ ਦੀ ਛੱਟ ਲਾ ਦਿੱਤੀ ਤਾਂ ਇਹ ਪਹਾੜੀਏ ਘਟੀਆ ਫਿਤਰਤ ਕਾਰਨ ਸਿੰਘਾਂ ਦੇ ਦੋਖੀ ਹੀ ਬਣੇ ਰਹੇ। ਦਸ਼ਮੇਸ਼ ਜੀ ਦੇ ਸਮੇਂ ਅਤੇ ਹੁਣ ਵੀ ਇਹ ਦਿਲੋਂ ਮੁਗਲ ਸਰਕਾਰ ਦੇ ਹਾਮੀ ਸਨ। ਜਿਨ੍ਹਾਂ ਕਈ ਸਦੀਆਂ ਤੋਂ ਇਹਨਾਂ ਦੀਆਂ ਗਰਦਨਾਂ ਦੁਆਲੇ ਗੁਲਾਮੀ ਦਾ ਤੌਕ ਕੱਸਿਆ ਹੋਇਆ ਸੀ। ਬੁਜ਼ਦਿਲ, ਧੋਖਾਬਾਜ਼ ਅਤੇ ਫਿਰ ਸਦੀਆਂ ਤੋਂ ਗੁਲਾਮ ਉਹਨਾਂ ਤੋਂ ਕਿਸੇ ਚੰਗਿਆਈ ਭਲਾਈ ਦੀ ਕੀ ਆਸ। ਸਿੰਘਾਂ ਨੇ ਆਪਣੀ ਤਾਕਤ ਨਾਲ ਇਹਨਾਂ ਨਿਗਰਿਆ ਹੋਇਆ ਵਿਚਕਾਰ ਦਿਨਕਟੀ ਕੀਤੀ। ਪਹਾੜਾਂ ਵਿੱਚ ਵੀ ਉਹ ਬਹੁਤਾ ਚਿਰ ਨਹੀਂ ਸਨ ਅਟਕ ਸਕਦੇ। ਪਹਾੜਾਂ ਵਿੱਚ ਮੈਦਾਨਾਂ ਜਿੰਨੀ ਖਾਦ ਖੁਰਾਕ ਨਹੀਂ ਹੁੰਦੀ। ਦਲਾਂ ਦੇ ਲੰਗਰ ਮੁੱਠਾਂ ਮਿਣ ਨਹੀਂ ਚੱਲ ਸਕਦੇ। ਲੜਨ ਵਾਲੇ ਪੇਟ ਦੀ ਪੂਰਤੀ ਨਾਲ ਹੀ ਤਲਵਾਰਾਂ ਮਾਰ ਸਕਦੇ ਹਨ। ਭੁੱਖੇ ਭਗਤ ਵੀ ਮਾਲਾ ਵਗਾ ਮਾਰਦੇ ਹਨ। ਖਾਲੀ ਪੇਟ ਮੈਦਾਨ ਵਿੱਚ ਜੂਝਣਾ ਬਹੁਤ ਕਠਿਨ ਹੈ। ਬੰਦਾ ਸਿੰਘ ਦਾ ਮੈਦਾਨ ਵੱਲ ਉਤਰਨਾ। ਦਰਿਆ ਮੂਹਰੇ ਬੰਨ੍ਹ ਲਾ ਕੇ ਉਸ ਦੇ ਵੇਗ ਨੂੰ ਸਦਾ ਲਈ ਠੱਲ ਸਕਣਾ ਕਤਈ ਸੰਭਵ ਨਹੀਂ ਹੁੰਦਾ। ਉਸ ਦਾ ਰੁਖ ਬਦਲਿਆ ਜਾ ਸਕਦਾ ਹੈ, ਨਹਿਰਾਂ ਵਿੱਚ ਤੋਰਿਆ ਜਾ ਸਕਦਾ ਹੈ, ਪਰ ਬੰਨ੍ਹ ਪਿੱਛੇ ਕੈਦ ਨਹੀਂ ਰੱਖਿਆ ਜਾ ਸਕਦਾ। ਹੇਠਾਂ ਨਾਕੇ ਰੋਕੀ ਬੈਠੀ ਫੌਜ ਪਹਾੜਾਂ ਵਿੱਚ ਵਿਚਰਦੇ ਸਿੰਘਾਂ ਦੇ ਵੇਗ ਨੂੰ ਬਹੁਤੀ ਦੇਰ ਠੱਲਾ ਨਹੀਂ ਸੀ ਪਾ ਸਕਦੀ। ਬੰਦਾ ਸਿੰਘ ਡੇਰਾ ਬਾਬਾ ਬੰਦਾ ਸਿੰਘ ਵਾਲਾ ਟਿਕਾਣਾ ਛੱਡ ਕੇ ਸੰਨ 1715 ਈਸਵੀ ਦੇ ਆਰੰਭ ਵਿੱਚ ਜੰਮੂ ਵੱਲੋਂ ਮੈਦਾਨ ਵਿੱਚ ਆ ਨਿਕਲਿਆ ਅਤੇ ਕਲਾਨੌਰ ਵੱਲ ਨੂੰ ਸਿੱਧਾ ਹੋ ਪਿਆ। ਸਿੰਘਾਂ ਦੇ ਚੜ੍ਹੇ ਆਉਣ ਦੀਆਂ ਖਬਰਾਂ ਅਗਲਵਾਡੀ ਪਹੁੰਚ ਚੁੱਕੀਆਂ ਸਨ। ਇਹ ਖਬਰਾਂ ਸੁਣ ਕੇ ਕਲਾਨੌਰ ਦੇ ਫੌਜਦਾਰ ਸੋਹਰਾਬ ਖਾਂ, ਉਸ ਦੇ ਕਾਨੂੰਗੋ ਸੰਤੋਖ ਰਾਏ ਅਤੇ ਕਾਨੂੰਗੋ ਦੇ ਭਰਾ ਅਨੋਖ ਰਾਏ ਆਦਿ ਨੇ ਆਪਣੀਆਂ ਫੌਜਾਂ ਤੋਂ ਬਿਨਾਂ ਝੱਟ ਆਪਣੇ ਗੁਆਂਢੀ ਪਰਗਣਿਆਂ ਚੋਂ ਤਾਇਨਾਤ ਕੀਤੇ ਹੋਏ ਫੌਜੀ ਦਸਤੇ, ਚੋਖੀਆਂ ਵਾਹਰਾਂ, ਜਹਾਦੀਆਂ ਦੇ ਤੁੰਮਣ ਅਤੇ ਮੁਲਖਈਆਂ ਦੇ ਪਰਿਆਂ ਦੇ ਪਰੇ ਇਕੱਠੇ ਕਰ ਲਏ। ਸ਼ਹਿਰੋਂ ਅੱਗੇ ਵੱਧ ਕੇ ਪਹਾੜ ਤੇ ਚੜ੍ਹਦੇ ਪਹਾੜ ਵਾਲੇ ਪਾਸੇ ਜਿੱਥੇ ਅਕਬਰ ਬਾਦਸ਼ਾਹ ਦੀ ਤਖਤ ਨਸ਼ੀਨੀ ਦੀ ਯਾਦਗਾਰ ਬਣੀ ਹੋਈ ਹੈ, ਸਨੱਦਬੱਧ ਲੜਾਕੂ ਮੁਸਲਮਾਨਾਂ ਅਤੇ ਹਿੰਦੂ ਵਫਾਦਾਰਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਜੁਲਾਏ, ਅਰਾਈ, ਮੋਚੀ, ਤੇਲੀ, ਸੱਕੇ, ਗੁੱਜਰ, ਰੰਗੜ, ਬੁਰੀ ਤੇ ਉਤਰੇ ਹੋਏ ਸਨ। ਮੁਲਾਣੇ ਇਹਨਾਂ ਭੂਤਰਿਆਂ ਲੋਕਾਂ ਵਿੱਚ
ਫਿਰ ਫਿਰ ਕੇ ਹੌਸਲਾ ਦੇ ਰਹੇ ਅਤੇ ਜੋਸ਼ ਚੜ੍ਹਾ ਰਹੇ ਸਨ ਕਿ ਗਾਜੀਓ, ਹੁਣ ਕਾਫਰਾਂ ਦੇ ਖਾਤਮੇ ਦੀ ਘੜੀ ਆ ਗਈ ਹੈ। ਅੱਜ ਭਲਕ ਇਸ ਅਰਜ਼ੇ ਪਾਕ ਪਵਿੱਤਰ ਧਰਤੀ ਨੂੰ ਕਾਫਰਾਂ ਦੇ ਮਨਹੂਸ ਵਜੂਦਾਂ ਤੋਂ ਪਾਕ ਕਰਕੇ ਅੱਲਾ ਮੀਆਂ ਦੀ ਖੁਸ਼ਨੂਦੀ ਦੇ ਸਵਾਬ ਹਾਸਿਲ ਕਰੋ। ਬਾਦਸ਼ਾਹ ਤੋਂ ਮਰਤਬੇ ਪਾਓ। ਆ ਰਹੇ ਗਿਣਤੀ ਦੇ ਕਾਫਰ ਤੁਹਾਡੇ ਇਸਲਾਮੀ ਯਲਗਾਰ ਨੂੰ ਵੇਖ ਕੇ ਹਵਾਸ ਬਾਖਤਾ ਹੋ ਜਾਣਗੇ। ਬਸ ਫਿਰ ਮੂਲੀ ਗਾਜਰ ਵਾਂਗ ਕੱਟ ਧਰਿਓ। ਸਾਰਾ ਮਾਲ ਗਨੀਮਤ ਤੁਹਾਡਾ, ਦੁਸ਼ਮਣ ਤੇ ਛਾ ਜਾਓ। ਸਵਰਗਵਾਸੀ ਬਾਦਸ਼ਾਹ ਬਹਾਦਰ ਸ਼ਾਹ ਦੀ ਰੂਹ ਨੂੰ ਬੜੀ ਭਾਰੀ ਤਸਕੀਨ ਮਿਲੇਗੀ। ਕਾਫਰਾਂ ਦਾ ਸਫਾਇਆ ਕਰੋ ਅਤੇ ਇਸਲਾਮ ਦਾ ਵਾਅਦਾ ਕਰੋ। ਮੁਲਾਣਿਆਂ ਦੇ ਨਾਲ ਨਾਲ ਗਾਜੀਆਂ ਦੇ ਡੋਲਿਆਂ ਤੇ ਇਮਾਮ ਜਾਮਣ ਬੰਨੇ। ਤਜਵੀਜ਼ ਲਿਖ ਕੇ ਦਿੱਤੇ। ਹੈਦਰੀ ਝੰਡਿਆਂ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਅਤੇ ਦੁਆਈ ਪੜ੍ਹ ਕੇ ਲਸ਼ਕਰ ਤੇ ਦਮ ਫੂਕੇ ਗਏ। ਹਰ ਤਰ੍ਹਾਂ ਭਰੋਸਾ ਦਵਾਇਆ ਗਿਆ ਕਿ ਅੱਲਾ ਮੀਆਂ ਦੀ ਗੈਬੀ ਤਾਕਤ ਮੋਮਨਾਂ ਦੀ ਮਦਦ ਤੇ ਹੈ। ਜਹਾਦੀ ਬੜੇ ਜੋਸ਼ੋ ਖਰੋਸ਼ ਨਾਲ ਚੜ੍ਹੇ ਆ ਰਹੇ ਕਾਫਰਾਂ ਨੂੰ ਉਡੀਕਣ ਲੱਗੇ। ਸਿੰਘਾਂ ਨੇ ਦੁਬਾਰਾ ਕਲਾਨੌਰ ਫਤਿਹ ਕੀਤਾ। ਕਲਾਨੌਰ ਦਾ ਫੌਜਦਾਰ ਸੋਹਰਾਬ ਖਾਂ ਅਤੇ ਉਸਦਾ ਕਾਨੂੰਗੋ ਸੰਤੋਖ ਰਾਏ ਆਪਣੀ ਹੋਣ ਵਾਲੀ ਜਿੱਤ ਦੀ ਖੁਸ਼ੀ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ ਕਿ ਮੁਗਲ ਰਾਜ ਦੀ ਫਤਿਹ ਦਾ ਸਿਹਰਾ ਉਹਨਾਂ ਸਿਰ ਵੱਜਣ ਹੀ ਵਾਲਾ ਹੈ। ਉਹਨਾਂ ਕਲਪਨਾ ਵਿੱਚ ਦਿਸਦੀ ਜਿੱਤ ਦੇ ਨਸ਼ੇ ਵਿੱਚ ਗਾਜੀਆਂ ਨੂੰ ਇੱਥੋਂ ਤੱਕ ਭਰੋਸਾ ਦੇ ਦਿੱਤਾ ਕਿ ਐਡੇ ਵੱਡੇ ਇਸਲਾਮੀ ਲਸ਼ਕਰ ਦੇ ਸਾਹਮਣੇ ਮੁੱਠੀ ਭਰ ਸਿੱਖਾਂ ਦੀ ਕੀ ਔਕਾਤ ਹੋਵੇਗੀ। ਤੁਹਾਨੂੰ ਸਾਰਿਆਂ ਨੂੰ ਹਥਿਆਰ ਚੁੱਕਣ ਦਾ ਮੌਕਾ ਹੀ ਨਹੀਂ ਮਿਲਣਾ ਕਿ ਮੈਦਾਨ ਵਿੱਚ ਅਗਲੀਆਂ ਸਫਾ ਦੇ ਸੂਰਮਿਆਂ ਨੇ ਕਾਫਰਾਂ ਨੂੰ ਬੋਟੀ ਬੋਟੀ ਕਰ ਛੱਡਣਾ ਹੈ। ਕਿਸੇ ਦੇ ਨੇਜੇ ਤਲਵਾਰ, ਤਬਰ ਅਤੇ ਤੀਰ ਨੂੰ ਸਿੱਖ ਕਾਫਰ ਦਾ ਖੂਨ ਲੱਗੇ ਜਾਂ ਨਾ, ਪਰ ਸਵਾਬ ਹਰ ਇੱਕ ਨੂੰ ਬਰਾਬਰ ਦਾ ਹੀ ਮਿਲੇਗਾ। ਸਾਰਾ ਇਕੱਠ ਇੱਕ ਕਿਸਮ ਦੀ ਖੁਸ਼ਫਹਿਮੀ ਅਤੇ ਖੁਸ਼ਗੱਪੀਆਂ ਵਿੱਚ ਮਸਤ ਝੂਮ ਰਿਹਾ ਸੀ। ਬੰਦਾ ਸਿੰਘ ਦੀ ਕਮਾਨ ਥੱਲੇ ਸਿੰਘਾਂ ਕਦੋਂ ਦਰਿਆ ਰਾਵੀ ਪਾਰ ਕੀਤਾ, ਕਿਸੇ ਸੂਈਏ ਨੂੰ ਪਤਾ ਨਹੀਂ ਲੱਗਾ। ਇਹਨਾਂ ਦੀ ਗਿਣਤੀ ਗਾਜੀਆਂ ਦੇ ਮੁਕਾਬਲੇ ਤੇ ਬਹੁਤ ਥੋੜ੍ਹੀ ਸੀ। ਉਹ ਆਏ ਵੀ ਦਰਿਆ ਦੀ ਕਾਛੜ ਦੇ ਨਾਲ ਨਾਲ। ਉਹਨਾਂ ਨੂੰ ਖਬਰ ਮਿਲ ਚੁੱਕੀ ਸੀ ਕਿ ਉਹਨਾਂ ਦੀ ਕਲਾਨੌਰ ਬਾਹਰ ਬੜੀ ਬੇਤਾਬੀ ਨਾਲ ਉਡੀਕ ਹੋ ਰਹੀ ਹੈ ਅਤੇ ਉਡੀਕਵਾਨ ਸ਼ਹਿਰ ਦੇ ਕਿਸੇ ਪਾਸੇ ਉਹਨਾਂ ਦੇ ਸਵਾਗਤ ਲਈ ਤਿਆਰ ਬੈਠੇ ਹਨ। ਕਣਕਾਂ ਦੀ ਭਰਪੂਰ ਫਸਲ ਅੱਧ ਕੱਚੀ ਖੇਤੀ ਵਿੱਚ ਖੜੀ ਸੀ। ਕਿਸੇ ਧੂੜ ਉੜਦੀ ਜਾਂ ਪੌੜੀ ਦੀ ਟਾਪ ਨਹੀਂ ਸੁਣੀ। ਪਹਾੜ ਵਾਲੇ ਪਾਸਿਓਂ ਸਿੱਖ ਨੇਜਾ ਬਰਦਾਰ ਐਸੀ ਫੁਰਤੀ ਨਾਲ ਪਏ ਕਿ ਅਗਲੀਆਂ ਸਫਾਂ ਦੇ ਖੜੇ ਹੋਣ ਤੋਂ ਪਹਿਲਾਂ ਹੀ ਆਣ ਲੱਥ ਗਏ। ਤਲਵਾਰਾਂ ਨੇਜਿਆਂ ਦੀ ਪਹਿਲੀ ਹੀ ਸੱਟ ਪਈ ਸੀ ਕਿ ਪਿੱਛੇ ਸਭ ਭੱਜ ਨਿਕਲੇ ਅਤੇ ਤੇਜ਼ ਤੂਫਾਨ ਮੂਹਰੇ ਸੁੱਕੇ ਪੱਤਿਆਂ ਤੇ ਕੱਖਾਂ ਕਾਨਿਆਂ ਵਾਂਗ ਉੱਡ ਪੁੱਡ ਗਏ। ਨਾ ਕੋਈ ਧੀਰਜ ਧਰਾਉਣ ਵਾਲਾ, ਨਾ ਧੀਰਜ ਧਰਨ ਵਾਲਾ। ਮੁਲਾਣੇ ਜੋ ਅੱਲਾ ਮੀਆਂ ਨੂੰ ਆਪਣੇ ਵੱਲੋਂ ਘੇਰ ਕੇ ਜਹਾਦੀਆਂ ਦੀ ਪਿੱਠ ਤੇ ਮਦਦ ਲਈ ਲਿਆਏ ਸਨ, ਅੱਲਾ ਸਾਹਿਬ ਨੂੰ ਛੱਡ ਕੇ ਕਿਧਰੇ ਨਜ਼ਰ ਨਾ ਆਏ। ਜੋ ਪਹਿਲੀ ਸੱਟ ਤੇ ਹੀ ਭੱਜ ਨਿਕਲੇ, ਉਹਨਾਂ ਦੀ ਮਦਦ ਕੌਣ ਕਰੇ। ਮਕਾਰ ਮੁਲਾਣੇ ਇਹ ਭੁੱਲ ਗਏ ਕਿ ਅੱਲਾ ਮੀਆਂ ਸਭਨਾਂ ਦਾ ਸਾਂਝਾ ਹੈ। ਤੁਅੱਸਬ, ਮਕਾਰੀ ਅਤੇ ਜ਼ੁਲਮ ਉਸਨੂੰ ਪਸੰਦ ਨਹੀਂ। ਉਹ ਜਨੂਨੀ ਮੁਲਾਣਿਆਂ ਦਾ ਜਰ ਖਰੀਦ ਗੁਲਾਮ ਨਹੀਂ, ਸਗੋਂ ਕੁੱਲ ਦਾ ਮਾਲਕ ਹੈ। ਸਿੰਘਾਂ ਨੂੰ ਉਹ ਅਤੇ ਉਸਨੂੰ ਸਿੱਖ ਵੀ ਉਸੇ ਤਰ੍ਹਾਂ ਹੀ ਪਿਆਰੇ ਹਨ ਜਿਵੇਂ ਉਸ ਦੀ ਦੂਜੀ ਮਖਲੂਕ। ਸਿੰਘਾਂ ਦੇ ਸਾਹਮਣੇ ਜੋ ਅੜ ਕੇ ਪਹਿਲੀ ਸੱਟ ਨਹੀਂ ਝੱਲ ਸਕਿਆ, ਉਹਨਾਂ ਅੱਗੇ ਲੱਗ ਕੇ ਕੋਈ ਕਿੰਨਾ ਕੁ ਭੱਜ ਸਕਦਾ ਅਤੇ ਨਿਕਲ ਕਿੱਧਰ ਜਾਵੇਗਾ। ਬਚਿਆ ਸਿਰਫ ਉਹ ਜਿਸ ਨੇ ਸਿੰਘਾਂ ਦੀ ਖੋਹ ਨੂੰ ਸਮਝਦਿਆਂ ਹਥਿਆਰ ਸੁੱਟ ਕੇ ਬਾਹੀਂ ਖੜੀਆਂ ਕਰ ਜਾਨ ਬਖਸ਼ੀ ਕਰਵਾ ਲਈ। ਘੋੜ ਸਵਾਰ ਸ਼ਾਹੀ ਫੌਜ ਅਤੇ ਗਾਜੀ ਉਹਨਾਂ ਦਾ ਖਾਸ ਨਿਸ਼ਾਨਾ ਸਨ, ਕਿਉਂਕਿ ਸਿੰਘਾਂ ਨੂੰ ਘੋੜੇ ਲੋੜੀਂਦੇ ਸਨ। ਗਾਜੀਆਂ ਨੇ ਇਮਾਮ ਜਾਮਣ ਵੀ ਡੋਲਿਆਂ ਨਾਲੋਂ ਅਤੇ ਤਜਵੀਜ਼ ਗਲੋਂ ਤੋੜ ਕੇ ਪਰੇ ਸੁੱਟੇ। ਮਤੇ ਸਿੱਖ ਵੇਖ ਕੇ ਹੋਰ ਰੋਹ ਵਿੱਚ ਆ ਜਾਣ। ਪਲ ਭਰ ਵਿੱਚ ਮੈਦਾਨ ਵਿਹਲਾ ਹੋ ਗਿਆ। ਜਹਾਦੀਆਂ ਦੀ ਬੁਰੀ ਮੰਦੀ ਹਾਲਤ ਹੋਈ। ਖੁਦ ਸੋਹਰਾਬ ਖਾਨ, ਸੰਤੋਖ ਰਾਏ ਅਤੇ ਅਨੋਖ ਰਾਏ ਬੜੀ ਮੁਸ਼ਕਿਲ ਨਾਲ ਆਪਣੀਆਂ ਜਾਨਾਂ ਲੈ ਕੇ ਮੈਦਾਨੋਂ ਨਿਕਲ ਗਏ ਅਤੇ ਕਲਾਨੌਰ ਸਿੰਘਾਂ ਦੇ ਹੱਥ ਆ ਗਿਆ। ਬਹੁਤ ਸਾਰੇ ਘੋੜੇ, ਹਥਿਆਰ ਅਤੇ ਹੋਰ ਸਾਜੋ ਸਮਾਨ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ। ਬੰਦਾ ਸਿੰਘ ਨੇ ਕਲਾਨੌਰ ਵਿੱਚ ਆਪਣਾ ਠਾਣਾ ਬਿਠਾ ਦਿੱਤਾ ਅਤੇ ਸ਼ਹਿਰ ਦੀ ਰਾਖੀ ਅਤੇ ਸੰਭਾਲ ਲਈ ਕੁਝ ਸਵਾਰ ਅਤੇ ਪਿਆਦੇ ਇੱਥੇ ਨਿਯੁਕਤ ਕਰ ਦਿੱਤੇ।
सोहराब खां, संतोख राय ਅਤੇ ਅਨੋਖ ਰਾਏ ਐਸੇ ਮੈਦਾਨੋਂ ਨੱਸੇ ਕਿ ਮੁੜ ਵਾਪਸ ਕਲਾਨੌਰ ਨੂੰ ਛੁਡਾਉਣ ਲਈ ਇਸ ਪਾਸੇ ਮੂੰਹ ਨਾ ਕੀਤਾ। ਜੇ ਕੋਈ ਮਲਾਣਾ ਬਚਿਆ ਡਿੱਗਦਾ ਢਹਿੰਦਾ ਜਿੱਧਰ ਸਿੰਘ ਸਮਾਏ ਉਧਰ ਨਿਕਲ ਗਿਆ। ਕਲਾਨੌਰ ਦਾ ਅੜਿੱਕਾ ਕੱਢ ਕੇ ਸਿੰਘ ਬਟਾਲੇ ਵੱਲ ਉਲਰ ਪਏ। ਇੱਥੇ ਮੁਹੰਮਦ ਦਾਇਮ ਫੌਜਦਾਰ ਸੀ। ਉਹ ਆਪਣੀ ਫੌਜ ਅਤੇ ਬਟਾਲਾ ਦੇ ਬਹੁਤ ਸਾਰੇ 94 ਲੜਾਕੇ ਮੁਸਲਮਾਨ ਗੱਭਰੂਆਂ ਨੂੰ ਨਾਲ ਲੈ ਕੇ ਬਟਾਲਿਓਂ ਬਾਹਰ ਸਿੰਘਾਂ ਦੇ ਟਾਕਰੇ ਲਈ ਆਇਆ। 2 ਪਹਿਰ ਬੜੀ ਖੂਨ ਡੋਲਵੀਂ ਲੜਾਈ ਹੋਈ। ਦੋਹਾਂ ਧਿਰਾਂ ਦਾ ਹੀ ਬੜਾ ਨੁਕਸਾਨ ਹੋਇਆ। ਬਟਾਲੇ ਦੇ ਪੁਰਾਣੇ ਮੁਸਲਮਾਨ ਖਾਨਦਾਨਾਂ ਦੇ ਕਈ ਬੰਦੇ ਮਾਰੇ ਗਏ। ਗਿਣਤੀ ਵਿੱਚ ਬਹੁਤ ਜ਼ਿਆਦਾ ਹੋਣ ਕਰਕੇ ਮੁਸਲਮਾਨ ਸੂਰਮੇ ਹਿੱਛ ਕੇ ਗਲ ਪਏ, ਪਰ ਸਿੰਘਾਂ ਦੇ ਟਾਕਰੇ ਵਿੱਚ ਕੋਈ ਵੀ ਜ਼ਮੀਂਦਾਰ ਜਾਂ ਫੌਜੀ ਕਮਾਂਡਰ ਅੜ ਨਾ ਸਕਿਆ। ਮੁਸਲਮਾਨ ਫੌਜਾਂ ਨੂੰ ਬੁਰੀ ਤਰ੍ਹਾਂ ਹਾਰ ਹੋਈ ਅਤੇ ਫੌਜਦਾਰ ਮੁਹੰਮਦ ਦਾਇਮ ਦਿਲ ਛੱਡ ਕੇ ਮੈਦਾਨੋਂ ਭੱਜ ਨਿਕਲਿਆ ਅਤੇ ਆਪਣੇ ਘਰ ਪਿੰਡ ਭਰੋਵਾਲ ਜਾ ਦਮ ਲਾਇਆ। ਬਟਾਲੇ ਅਤੇ ਇਸ ਦੇ ਇਰਦ ਗਿਰਦ ਉੱਤੇ ਸਿੰਘਾਂ ਦਾ ਕਬਜ਼ਾ ਹੋ ਗਿਆ। ਬਹੁਤ ਸਾਰੇ ਮੁਸਲਮਾਨ ਲੋਕ, ਕੀ ਅਮੀਰ ਕੀ ਗਰੀਬ, ਬਟਾਲੇ ਦੇ ਇਰਦ ਗਿਰਦ ਦੇ ਪਿੰਡਾਂ ਵਿੱਚ ਆਪਣੇ ਘਰ ਘਾਟ ਛੱਡ ਕੇ ਆਲੇ ਦੁਆਲੇ ਦੇ ਦੂਰ ਦੁਰਾਡੇ ਪਿੰਡਾਂ ਵਿੱਚ ਆਪਣੇ ਸਾਕਾ ਸੰਬੰਧੀਆਂ ਪਾਸ ਜਾ ਟਿਕੇ। ਕਈ ਲਾਹੌਰ ਨੂੰ ਚਲੇ ਗਏ ਅਤੇ ਜਿਨ੍ਹਾਂ ਨੂੰ ਆਸ ਪਾਸ ਕੋਈ ਠਾਹਰ ਨਹੀਂ ਸੀ ਮਿਲਦੀ, ਉਹ ਜਾਂ ਤਾਂ ਪਠਾਨਕੋਟ ਵੱਲ ਦੀ ਹੋ ਕੇ ਚੰਬੇ ਦੀਆਂ ਪਹਾੜੀਆਂ ਵਿੱਚ ਚਲੇ ਗਏ ਜਾਂ ਬਿਆਸ ਦਰਿਆ ਟੱਪ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਸੂਹੇ ਮੁਕੇਰੀਆਂ ਵੱਲ ਨੂੰ ਮੂੰਹ ਕਰ ਗਏ ਅਤੇ ਦਿਨ ਕਟੀ ਕਰਨ ਲੱਗੇ। ਕਲਾਨੌਰ ਅਤੇ ਬਟਾਲੇ ਦੇ ਮਾਰੇ ਜਾਣ ਦੀ ਖਬਰ ਦਿੱਲੀ ਫਰੰਟੀਅਰ ਪਾਸ 14 ਮਾਰਚ 1715 ਨੂੰ ਪੁੱਜੀ। ਇਸ ਵਿੱਚ ਤਹਿਰੀਰ ਹੈ ਕਿ ਬੰਦਾ ਸਿੰਘ ਨੇ ਇੱਕ ਤਕੜੀ ਫੌਜ ਨਾਲ ਕਲਾਨੌਰ, ਬਟਾਲਾ ਅਤੇ ਰਾਏਪੁਰ ਮਾਰ ਲਏ ਹਨ ਅਤੇ ਕੋਈ ਫੌਜਦਾਰ ਅਤੇ ਠਾਣੇਦਾਰ ਸਿੱਖਾਂ ਨੂੰ ਰੋਕਣ ਲਈ ਨਹੀਂ ਪੁੱਜਾ। ਅਬਦੁਸ ਸਮਦ ਖਾਂ ਗਵਰਨਰ ਲਾਹੌਰ ਭੱਟੀਆਂ ਦਾ ਫਸਾਦ ਮਿਟਾਉਣ ਲਈ ਲੱਖੀ ਜੰਗਲ ਵੱਲ ਗਿਆ ਹੋਇਆ ਹੈ। ਬਾਦਸ਼ਾਹ ਬੜਾ ਤਲਖ ਹੋਇਆ ਕਿ ਪੰਜਾਬ ਵਿੱਚ ਇਹੋ ਜਿਹੀ ਉਥਲ ਪੁਥਲ ਹੋ ਜਾਵੇ ਅਤੇ ਮੁਗਲ ਹਾਕਮ ਦੇ ਕੰਨ ਤੇ ਜੂੰ ਨਾ ਸਰਕੇ। ਉਸ ਨੇ ਬਖਸ਼ੀ ਉਲ ਮੁਲਕ ਮੁਹੰਮਦ ਅਮੀਨ ਖਾਨ ਨੂੰ ਹੁਕਮ ਦਿੱਤਾ ਕਿ ਅਬਦੁਸ ਸਮਦ ਖਾਂ ਨੂੰ ਫੌਰਨ ਲਿਖੇ ਕਿ ਜਿੱਥੋਂ ਕਿਤੇ ਵੀ ਹੋਵੇ ਹਥਲਾ ਕੰਮ ਛੱਡ ਕੇ ਛੇਤੀ ਹੀ ਬੰਦਾ ਸਿੰਘ ਨੂੰ ਸੋਧਣ ਲਈ ਜਾਵੇ। ਅਗਲੇ ਦਿਨ 15 ਮਾਰਚ ਨੂੰ ਮੁਰਾਦਾਬਾਦ ਵੱਲ ਮਦਾਰਾ ਨਾਮੀ ਬਾਗੀ, ਜਿਸ ਨੇ ਇਸ ਪਾਸੇ ਬੜਾ ਫਸਾਦ ਖੜਾ ਕੀਤਾ ਹੋਇਆ ਸੀ, ਦੇ ਵਿਰੁੱਧ ਗਏ ਹੋਏ ਕਮਰੁਦੀਨ ਖਾਂ ਦੇ ਨਾਂਉ ਫਰਮਾਨ ਭੇਜਿਆ ਅਤੇ ਫੌਜ ਸਮੇਤ ਛੇਤੀ ਤੋਂ ਛੇਤੀ ਬੰਦਾ ਸਿੰਘ ਦੇ ਵਿਰੁੱਧ ਪੰਜਾਬ ਵੱਲ ਚਲਾ ਜਾਵੇ ਅਤੇ ਅਬਦੁਸ ਸਮਦ ਖਾਂ ਨਾਲ ਮੇਲ ਕਰਕੇ ਸਿੱਖ ਆਗੂ ਨੂੰ ਮਾਰ ਮੁਕਾਇਆ ਜਾਵੇ ਜਾਂ ਜੇ ਹੋ ਸਕੇ ਤਾਂ ਜਿੰਦਾ ਫੜ ਕੇ ਦਿੱਲੀ ਲਿਆਂਦਾ ਜਾਵੇ। ਇਸ ਦੇ ਨਾਲ ਹੀ ਅਫਰਾਸਿਆਬ ਖਾਂ ਨੂੰ ਹੁਕਮ ਹੋਇਆ ਕਿ ਪੰਜਾਬ ਵੱਲ ਕੂਚ ਕਰਨ ਲਈ ਤਿਆਰ ਹੋ ਜਾਏ। ਬੰਦਾ ਸਿੰਘ ਦੀ ਤਾਕਤ ਦਾ ਮੁਗਲਾਂ ਦੇ ਦਿਲ ਤੇ ਇੰਨਾ ਭੈ ਬੈਠਾ ਹੋਇਆ ਸੀ ਕਿ ਬਾਦਸ਼ਾਹ ਉਸ ਨੂੰ ਬੜੀ ਵੱਡੀ ਤਾਕਤ ਸਮਝ ਕੇ ਜਿੰਨੀ ਵੀ ਪ੍ਰਾਪਤ ਹੋ ਸਕੇ ਸਾਰੀ ਫੌਜ ਝੋਕ ਦੇਣਾ ਚਾਹੁੰਦਾ ਸੀ। ਇਹੋ ਕਾਰਨ ਸੀ ਕਿ ਰਾਜਾ ਉਦਿਤ ਸਿੰਘ, ਰਾਜਾ ਗੋਪਾਲ ਸਿੰਘ ਭਦਾੜਵੀਆਂ, ਮੁਜ਼ੱਫਰ ਖਾਂ ਅਤੇ ਰਾਜਾ ਦਲਪਤ ਬੰਦੇਲਾ ਦੇ ਪੁੱਤਰ ਪ੍ਰਿਥੀ ਚੰਦ ਆਦਿ ਨੂੰ ਫੌਜਾਂ ਤਿਆਰ ਕਰਨ ਦੇ ਹੁਕਮ ਦੇ ਦਿੱਤੇ। ਬੰਦਾ ਸਿੰਘ ਵੱਲੋਂ ਕੋਟ ਮਿਰਜ਼ਾ ਜਾਣ ਵਿਖੇ ਗੜੀ ਦੀ ਉਸਾਰੀ। ਕਲਾਨੌਰ, ਬਟਾਲੇ ਅਤੇ ਰਾਏਪੁਰ ਪਿੱਛੋਂ ਲਾਹੌਰ ਨੂੰ ਲੱਗਦੇ ਹੱਥ ਮਾਰਨਾ ਬੰਦਾ ਸਿੰਘ ਦੇ ਨਿਸ਼ਾਨੇ ਤੇ ਮਿਥਿਆ ਹੋਇਆ ਸੀ। ਜਿੱਤੇ ਹੋਏ ਇਲਾਕੇ ਸੰਭਾਲਣ ਨੂੰ ਪਿੱਛੇ ਛੱਡਣਾ ਪਿਆ। ਸਿੰਘਾਂ ਦੀ ਗਿਣਤੀ ਪਹਿਲਾਂ ਹੀ ਘੱਟ ਸੀ ਅਤੇ ਜਿੰਨੇ ਉਸ ਪਾਸ ਬਚੇ, ਇਹਨਾਂ ਨੂੰ ਲਾਹੌਰ ਉੱਤੇ ਕਬਜ਼ਾ ਕਰਕੇ ਉਸ ਨੂੰ ਪੰਜੇ ਵਿੱਚ ਰੱਖ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਇਹ ਨਿਰਣਾ ਲਿਆ ਕਿ ਤਾਕਤ ਅਜੇ ਹੋਰ ਵਧਾਈ ਜਾਵੇ। ਜੇ ਦਿੱਲੀ ਵੱਲੋਂ ਫੌਜਾਂ ਆਉਣ ਤਾਂ ਲਾਜ਼ਮੀ ਫੌਜ ਉਹਨਾਂ ਨਾਲ ਰਲ ਕੇ ਉਸ ਵਿਰੁੱਧ ਕਾਰਵਾਈ ਕਰੇਗੀ। ਇਸ ਲਈ ਮੈਦਾਨ ਵਿੱਚ ਕੋਈ ਸੁਰੱਖਿਅਤ ਗੜ੍ਹ ਬਣਾ ਲਿਆ ਜਾਵੇ। ਲਾਹੌਰ ਵੱਲ ਵਧਣ ਤੋਂ ਪਹਿਲਾਂ ਉਸ ਨੇ ਬਟਾਲੇ ਲਾਗੇ ਕੋਟ ਮਿਰਜ਼ਾ ਖਾਂ ਪਿੰਡ ਪਾਸ ਇੱਕ ਗੜੀ ਤਿਆਰ ਕਰਵਾਉਣ ਦੀ ਵਿਉਂਤ ਬਣਾ ਕੇ ਉਸ ਦੀ ਬੁਨਿਆਦ ਦੁਆਲੇ ਖਾਈ ਅਤੇ ਰੋਕਾਂ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਸੀ।
ਜਦ ਬੰਦਾ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਪਹਾੜਾਂ ਤੋਂ ਉਤਰ ਕੇ ਪੰਜਾਬ ਵਿੱਚ ਆ ਨਿਕਲਿਆ ਤਾਂ ਉਹਨਾਂ ਦੀਆਂ ਜਿੱਤਾਂ ਦੀਆਂ ਖਬਰਾਂ ਲਗਾਤਾਰ ਦਿੱਲੀ ਪੁੱਜਣ ਲੱਗ ਪੈਣ ਨਾਲ ਫਰੰਟੀਅਰ ਬੁਖਲਾ ਉੱਠਿਆ ਅਤੇ ਸ਼ਾਹੀ ਦਰਬਾਰ ਅਤੇ ਅਮੀਰਾਂ ਵਜ਼ੀਰਾਂ ਵਿੱਚ ਤਰਥੱਲੀ ਮੱਚ ਗਈ। ਜਦ ਕਲਾਨੌਰ, ਬਟਾਲਾ ਅਤੇ ਰਾਏਪੁਰ ਮਾਰੇ ਜਾ ਰਹੇ ਸਨ ਤਾਂ ਲਾਹੌਰ ਦਾ ਗਵਰਨਰ ਅਬਦੁਲ ਸਮਦ ਖਾਂ ਵੀ ਲਾਹੌਰ ਹੀ ਬੈਠਾ ਰਿਹਾ। ਉਸ ਤੋਂ ਇੰਨੀ ਵੀ ਨਾ ਸਰੀ ਕਿ ਲਾਹੌਰੋਂ ਅੱਗੇ ਵੱਧ ਕੇ ਕਲਾਨੌਰ ਜਾਂ ਬਟਾਲੇ ਨੂੰ ਬਚਾਵੇ। ਸੰਭਵ ਕਿ ਬੰਦਾ ਸਿੰਘ ਨਾਲ ਸਿੱਧੀ ਟੱਕਰ ਲੈਣੋਂ ਡਰਦਾ ਹੋਵੇ। ਸ਼ਾਇਦ ਕੋਈ ਹੋਰ ਗੱਲ ਉਸਦੇ ਦਿਲ ਵਿੱਚ ਹੋਵੇ। ਕੁਝ ਵੀ ਰਿਕਾਰਡ 'ਤੇ ਨਹੀਂ ਹੈ। ਹਾਂ, ਇਸ ਵੇਲੇ ਲੱਖੀ ਜੰਗਲ ਦੇ ਇਲਾਕੇ ਵਿੱਚ ਭੱਟੀ ਜ਼ਿਮੀਂਦਾਰਾਂ ਨੇ ਕੁਝ ਗੜਬੜ ਮਚਾਈ ਹੋਈ ਸੀ, ਜਿਸ ਕਰਕੇ ਉਹ ਫੌਜ ਲੈ ਕੇ ਲਾਹੌਰੋਂ ਦੂਰ ਦਰਾਜ ਦੱਖਣ ਵੱਲ ਤੁਰ ਪਿਆ। ਇਹ ਭੱਟੀ ਜ਼ਿਮੀਂਦਾਰ ਕੋਈ ਐਸੀ ਤਾਕਤ ਦੇ ਮਾਲਕ ਨਹੀਂ ਸਨ ਜਿਨ੍ਹਾਂ ਦੇ ਵਿਰੁੱਧ ਲਾਹੌਰ ਦਾ ਸੂਬੇਦਾਰ ਆਪ ਮੁਹਿੰਮ ਲੈ ਕੇ ਜਾਂਦਾ। ਇਹ ਤਾਂ ਇੱਕ ਨਿੱਕੇ ਜਿਹੇ ਦਸਤੇ ਦੀ ਮਾਰ ਸਹਿਣ ਜੋਗੇ ਵੀ ਨਹੀਂ ਸਨ। ਅਸਲ ਤਾਕਤ ਤਾਂ ਬੰਦਾ ਸਿੰਘ ਸੀ, ਜਿਸ ਤੋਂ ਮੁਗਲ ਰਾਜ ਨੂੰ ਖਤਰਾ ਸੀ। ਅਚੰਭਾ ਹੁੰਦਾ ਹੈ ਕਿ ਸੂਬੇਦਾਰ ਲਾਹੌਰ ਨੇ ਅਸਲ ਅਤੇ ਵੱਡੇ ਦੁਸ਼ਮਣ ਨੂੰ ਅੱਖੋਂ ਪਰੋਖੇ ਕਰਕੇ ਇੱਕ ਮਾੜੂਏ ਜਿਹੇ ਦੁਸ਼ਮਣ ਵੱਲ ਰੁਖ ਕੀਤਾ ਹੋਵੇ। ਬਾਦਸ਼ਾਹ ਨੂੰ ਜਦ ਸੂਬੇਦਾਰ ਦੀ ਇਸ ਸੈਰੋਂ ਤਫਰੀਹ ਦਾ ਪਤਾ ਲੱਗਾ ਤਾਂ ਉਸਨੂੰ ਇਹ ਬਹੁਤ ਨਾਗਵਾਰ ਗੁਜ਼ਰੀ ਅਤੇ ਜਦ ਫਿਰ ਬੰਦਾ ਦੇ ਕਲਾਨੌਰ, ਰਾਏਪੁਰ ਅਤੇ ਬਟਾਲਾ ਨੂੰ ਮਾਰ ਲੈਣ ਦੀ ਖਬਰ ਫਰੰਟੀਅਰ ਨੂੰ 14 ਮਾਰਚ ਨੂੰ ਦਿੱਲੀ ਪੁੱਜੀ ਤਾਂ ਉਹ ਤਿਲਮਿਲਾ ਉੱਠਿਆ ਅਤੇ ਅਬਦੁਲ ਸਮਦ ਖਾਂ ਨੂੰ ਤਾੜਨਾ ਦੀ ਚਿੱਠੀ ਲਿਖਵਾਈ ਅਤੇ ਹੁਕਮ ਦਿੱਤਾ ਕਿ ਉਹ ਜਿੱਥੇ ਕਿਧਰੇ ਵੀ ਹੋਵੇ ਤੁਰੰਤ ਬੰਦਾ ਸਿੰਘ ਦੇ ਵਿਰੁੱਧ ਚਲਾ ਜਾਵੇ। ਇਸ ਦੇ ਨਾਲ ਹੀ, ਜਿਵੇਂ ਪਿਛਲੇ ਪਹਿਰੇ ਵਿੱਚ ਦੱਸਿਆ ਹੈ, ਅਗਲੇ ਦਿਨ 15 ਮਾਰਚ ਨੂੰ ਇਤਮਾਦੁੱਦੌਲਾ ਮੁਹੰਮਦ ਅਮੀਨ ਖਾਂ ਦੇ ਪੁੱਤਰ ਕਮਰੁਦੀਨ ਖਾਂ, ਤੀਸਰੇ ਬਖਸ਼ੀ ਅਫਰਾ ਸਿਆਬ ਖਾਂ, ਮੁਜ਼ੱਫਰ ਖਾਂ, ਰਾਜਾ ਉਦਿਤ ਸਿੰਘ ਬੰਦੇਲ, ਰਾਜਾ ਗੋਪਾਲ ਸਿੰਘ ਭਦਾਵੜੀਏ, ਰਾਜਾ ਦਲਪਤ ਬੰਦੇਲ ਦੇ ਪੁੱਤਰ ਪ੍ਰਿਥੀ ਚੰਦ ਅਤੇ ਹੋਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਰਦਾਰਾਂ ਨੂੰ ਹੁਕਮ ਹੋਇਆ ਕਿ ਫੌਜਾਂ ਤਿਆਰ ਕਰਕੇ ਅਬਦੁਲ ਸਮਦ ਖਾਂ ਦੀ ਸਹਾਇਤਾ ਲਈ ਪੰਜਾਬ ਨੂੰ ਕੂਚ ਕਰਨ। ਇਸੇ ਤਰ੍ਹਾਂ ਬਾਦਸ਼ਾਹੀ ਹੁਕਮ ਪੰਜਾਬ ਦੇ ਕਈ ਫੌਜਦਾਰਾਂ, ਨਵਾਬਾਂ, ਜਗੀਰਦਾਰਾਂ ਦੇ ਨਾਂਉ ਵੀ ਭੇਜੇ ਗਏ ਕਿ ਉਹ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਅਬਦੁਲ ਸਮਦ ਖਾਂ ਦੀ ਕਮਾਨ ਥੱਲੇ ਲਸ਼ਕਰ ਵਿੱਚ ਸ਼ਾਮਿਲ ਹੋਣ। ਇਹ ਬਾਦਸ਼ਾਹ ਦੇ ਪਰਵਾਨੇ ਪੁੱਜਣ 'ਤੇ ਗੁਜਰਾਤ ਦਾ ਫੌਜਦਾਰ ਮਿਰਜ਼ਾ ਅਹਿਮਦ ਖਾਂ ਆਪਣੇ ਸੈਯਦਾਂ ਦੀ ਫੌਜ, ਜੋ ਜੰਗੀ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਸਨ, ਨੂੰ ਆਪਣੀ ਕਮਾਨ ਥੱਲੇ ਐਮਨਾਬਾਦ ਦਾ ਫੌਜਦਾਰ ਇਰਾਦਤਮੰਦ ਖਾਂ, ਔਰੰਗਾਬਾਦ ਅਤੇ ਪਸਰੂਰ ਦਾ ਨੂਰ ਮੁਹੰਮਦ ਖਾਂ, ਬਟਾਲੇ ਦਾ ਸ਼ੇਖ ਮੁਹੰਮਦ ਦਾਇਮ, ਹੈਬਤਪੁਰ ਪੱਟੀ ਦਾ ਸੱਯਦ ਹਾਫਿਜ਼ ਅਲੀ ਖਾਂ, ਕਲਾਨੌਰ ਦਾ ਸੋਹਰਾਬ ਖਾਂ, ਕਾਂਗੜੇ ਦਾ ਰਾਜਾ ਹਮੀਰ ਚੰਦ ਕਟੋਚੀਆ, ਧਰੁਵ ਦੇਵ ਜਸਰੋਟੀਏ ਦਾ ਪੁੱਤਰ ਰਾਜਾ ਭੀਮ ਸਿੰਘ ਕਟੋਚ ਆਦਿ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਲਾਹੌਰ ਜਮ੍ਹਾਂ ਹੋ ਗਏ। ਲਾਹੌਰ ਦੇ ਨਾਇਬ ਸੂਬੇਦਾਰ ਆਰਿਫ ਬੇਗ ਖਾਂ ਨੇ ਸ਼ਹਿਰੋਂ ਬਾਹਰ ਨਿਕਲ ਕੇ ਸ਼ਾਹਗੰਜ ਦੇ ਲਾਗੇ ਕੰਪੂ ਲਾ ਲਿਆ ਅਤੇ ਸ਼ਾਇਦ ਅਬਦੁਲ ਸਮਦ ਖਾਂ ਦੇ ਲੱਖੀ ਜੰਗਲ ਵੱਲੋਂ ਆਉਣ ਦੀ ਉਡੀਕ ਕਰਨ ਲੱਗਾ। ਇਸ ਸਾਰੇ ਲਸ਼ਕਰੇ ਜਰਾਰ ਦਾ ਕਮਾਂਡਰ ਆਲਾ ਅਬਦੁਲ ਸਮਦ ਖਾਂ ਸੀ। ਇੱਥੋਂ ਕੂਚ ਅਤੇ ਲੜਾਈ ਉਸਦੇ ਹੁਕਮ ਨਾਲ ਹੋਣੀ ਸੀ। 19 ਮਾਰਚ ਨੂੰ ਪੰਜਾਬ ਤੋਂ ਬਾਦਸ਼ਾਹ ਨੂੰ ਖਬਰ ਮਿਲੀ ਕਿ ਸਿੱਖਾਂ ਨੇ ਖੂਬ ਫਸਾਦ ਖੜਾ ਕੀਤਾ ਹੋਇਆ ਹੈ ਅਤੇ ਉਹ ਕਈਆਂ ਪਰਗਣਿਆਂ ਵਿੱਚ ਅੱਡੇ ਜਮਾਈ ਬੈਠੇ ਹਨ ਅਤੇ ਮਾਰ ਧਾੜ ਜਾਰੀ ਹੈ। ਉਹ ਦਿਨ ਬ ਦਿਨ ਅੱਗੇ ਵੱਧਦੇ ਆ ਰਹੇ ਅਤੇ ਲਾਹੌਰ ਸ਼ਹਿਰ ਤੋਂ 12 ਕੋਹ ਤੱਕ ਆ ਪੁੱਜੇ ਹਨ। ਇਸ ਜ਼ਿਲ੍ਹੇ ਦੇ ਫੌਜਦਾਰ ਸਿੰਘਾਂ ਤੋਂ ਡਰਦੇ ਹੋਏ ਆਪਣੀਆਂ ਫੌਜਾਂ ਸਣੇ ਦੌੜ ਰਹੇ ਹਨ। ਉਹਨਾਂ ਨਾਲ ਟਾਕਰਾ ਕਰਨ ਵਾਲਾ ਕੋਈ ਨਹੀਂ ਰਿਹਾ। ਇਹਨਾਂ ਖਾਲੀ ਥਾਵਾਂ 'ਤੇ ਸਿੰਘ ਆਪਣੇ ਕਬਜ਼ੇ ਅਤੇ ਅਮਲਦਾਰੀ ਕਾਇਮ ਕਰ ਰਹੇ ਹਨ। ਲਾਹੌਰ ਵਿਖੇ ਹੋ ਰਹੀਆਂ ਤਿਆਰੀਆਂ ਬੰਦਾ ਸਿੰਘ ਵਿਰੁੱਧ ਐਲਾਨੇ ਜੰਗ ਸੀ। ਉਹ ਇਸ ਹਾਲਤ ਤੋਂ ਬਿਲਕੁਲ ਬੇਖਬਰ ਨਹੀਂ ਸਨ। ਮੁਗਲ ਫੌਜਾਂ ਨਾਲ ਕਿਸੇ ਅੱਡੇ 'ਤੇ ਜੰਮ ਕੇ ਟਾਕਰਾ ਕਰਨ ਲਈ ਉਸਨੇ ਕਲਾਨੌਰ ਅਤੇ ਬਟਾਲੇ ਵਿਚਕਾਰ ਕੋਟ ਮਿਰਜ਼ਾ ਜਾਨ ਪਿੰਡ ਵਿਖੇ ਇੱਕ ਕੱਚੀ ਗੜੀ ਬਣਾਉਣ ਦਾ ਕੰਮ ਛੇਤੀ ਸਿਰੇ ਚੜ੍ਹਾਉਣ ਵੱਲ ਉਚੇਚਾ ਧਿਆਨ ਦਿੱਤਾ। ਇਹ ਕੰਮ ਲਈ ਬੰਦਾ ਸਿੰਘ ਪਾਸ
ਸਮਾਂ ਬਹੁਤ ਥੋੜ੍ਹਾ ਸੀ। ਅਜੇ ਗੜੀ ਦੁਆਲੇ ਖਾਈ ਅਤੇ ਹੋਰ ਰੋਕਾਂ ਪੂਰੀ ਤਰ੍ਹਾਂ ਨਹੀਂ ਸਨ ਬਣੀਆਂ ਕਿ ਅਬਦਸਮਦ ਖਾਂ ਸੂਬੇਦਾਰ ਅਤੇ ਨਾਇਬ ਸੂਬੇਦਾਰ ਆਰਿਫ ਬੇਗ ਖਾਂ ਦੀ ਕਮਾਂਡ ਹੇਠ ਉਪਰੋਕਤ ਫੌਜਦਾਰਾਂ ਦੀਆਂ ਮਿਲਵੀਆਂ ਫੌਜਾਂ ਸਿੰਘਾਂ ਉੱਪਰ ਆ ਪਈਆਂ। ਅੱਗੋਂ ਸਿੰਘਾਂ ਨੇ ਤੇਗਾਂ ਤੀਰਾਂ ਨਾਲ ਐਸਾ ਸਵਾਗਤ ਕੀਤਾ ਕਿ ਫੌਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸੇ ਜੋਸ਼ ਨਾਲ ਕੱਟਾ ਵੱਢੀ ਹੋਈ ਕਿ ਅਬਦਸਮਦ ਖਾਂ ਅਤੇ ਆਰਿਫ ਬੇਗ ਨੂੰ ਮਹਿਸੂਸ ਹੋਇਆ ਕਿ ਉਹ ਬੜੇ ਕੁਥਾਂ ਫਸ ਗਏ ਹਨ। ਸਿੰਘਾਂ ਨੇ ਇਸ ਲਸ਼ਕਰ ਦੀਆਂ ਸਫਾਂ ਹੀ ਚੀਰ ਫਾੜ ਕੇ ਉਲਟ ਦਿੱਤੀਆਂ। ਗੁਲਾਮ ਹੁਸੈਨ ਖਾਂ ਸੀਰੀਅਲ ਮੁਤਾਖਰੀਨ ਦਾ ਕਰਤਾ ਲਿਖਦਾ ਹੈ, ਬੰਦਾ ਸਿੰਘ ਇਸ ਤਰ੍ਹਾਂ ਪੈਂਤੜਾ ਲੈ ਕੇ ਆਪਣੀ ਜਗ੍ਹਾ ਤੇ ਡਟਿਆ ਰਿਹਾ ਕਿ ਸਭ ਲੜਨ ਅਤੇ ਵੇਖਣ ਵਾਲੇ ਹੈਰਾਨ ਹੋ ਗਏ ਅਤੇ ਇਸ ਲਸ਼ਕਰ ਦੀ ਪਹਿਲੀ ਲੜਾਈ ਵਿੱਚ ਉਹ ਇਤਨੀ ਬਹਾਦਰੀ ਅਤੇ ਬੇਜਿਗਰੀ ਨਾਲ ਲੜਿਆ ਸੀ ਕਿ ਬਾਦਸ਼ਾਹੀ ਜਰਨੈਲਾਂ ਨੂੰ ਆਪਣੀ ਹਾਰ ਹੋ ਚੁੱਕਣ ਦਾ ਯਕੀਨ ਹੋ ਗਿਆ ਸੀ ਅਤੇ ਭਾਵੇਂ ਸ਼ਾਹੀ ਲਸ਼ਕਰ ਨੇ ਬੜੇ ਜ਼ੋਰ ਨਾਲ ਉਸ ਦਾ ਪਿੱਛਾ ਕੀਤਾ, ਪਰ ਉਹ ਇਸ ਤਰ੍ਹਾਂ ਠਰ੍ਹੰਮੇ ਨਾਲ ਆਪਣੇ ਸਾਥੀ ਸਿੰਘ ਮਰਵਾਉਂਦਾ ਅਤੇ ਅੰਤ ਤੱਕ ਆਪਣੇ ਪਿੱਛੇ ਪਏ ਹੋਏ ਵੈਰੀ ਦਾ ਡਾਢਾ ਨੁਕਸਾਨ ਕਰਦਾ ਹੋਇਆ ਆਪਣੇ ਬਚਾਓ ਦੇ ਇੱਕ ਟਿਕਾਣੇ ਤੋਂ ਦੂਸਰੇ ਟਿਕਾਣੇ ਵੱਲ ਇੰਜ ਪਿੱਛੇ ਨੂੰ ਹਟਿਆ ਜਿਵੇਂ ਇੱਕ ਜੰਗਲੀ ਜਾਨਵਰ ਸ਼ਿਕਾਰੀਆਂ ਨੂੰ ਚੀਰਦਾ ਪਾੜਦਾ ਇੱਕ ਝੱਗੀ ਤੋਂ ਦੂਜੀ ਝੱਗੀ ਵੱਲ ਹਟਦਾ ਹੈ। ਕਾਫੀ ਖਾਨ ਨੇ ਵੀ ਇਸ ਬਾਰੇ ਭਾਵੇਂ ਨਫ਼ਰਤ ਭਰੇ ਤਰੀਕੇ ਨਾਲ ਜ਼ਿਕਰ ਕੀਤਾ ਹੈ, ਪਰ ਸਿੰਘਾਂ ਦੀ ਬਹਾਦਰੀ ਆਪ ਮੁਹਾਰੇ ਉਸ ਦੀ ਲਿਖਤ ਚੋਂ ਚਸ਼ਮੇ ਵਾਂਗ ਫੁੱਟ ਤੁਰਦੀ ਹੈ। ਉਹ ਆਪਣੀ ਪ੍ਰਸਿੱਧ ਪੁਸਤਕ ਮੁਨਤਖਬੁਲ ਲਬਾਬ ਲਿਖਦਾ ਹੈ, ਕਾਫਰ ਇਤਨੇ ਹਿੱਛ ਕੇ ਤੇ ਬਿਫਰ ਕੇ ਲੜੇ ਕਿ ਉਹਨਾਂ ਇਸਲਾਮੀ ਲਸ਼ਕਰ ਉੱਤੇ ਲਗਭਗ ਕਾਬੂ ਹੀ ਪਾ ਲਿਆ ਸੀ ਅਤੇ ਉਹਨਾਂ ਮੁੜ ਮੁੜ ਕੇ ਬੇਮਿਸਾਲ ਬਹਾਦਰੀ ਦੇ ਬਹੁਤ ਜੌਹਰ ਦਿਖਾਏ। ਬੰਦਾ ਸਿੰਘ ਪਾਸ ਇਸਲਾਮੀ ਲਸ਼ਕਰ ਨਾਲੋਂ ਕਈ ਗੁਣਾ ਨਫਰੀ ਘੱਟ ਸੀ, ਹਥਿਆਰ ਅਤੇ ਘੋੜੇ ਵੀ ਘੱਟ। ਵੱਡੀ ਮਾਰ ਉਹਨਾਂ ਨੂੰ ਤੋਪਖਾਨੇ ਦੀ ਪੈ ਰਹੀ ਸੀ ਅਤੇ ਉਹਨਾਂ ਪਾਸ ਸਿਰ ਲੁਕੋ ਸਕਣ ਨੂੰ ਵੀ ਕੋਈ ਥਾਂ ਨਹੀਂ ਸੀ। ਇਸ ਲਈ ਅਤੀ ਮਜਬੂਰੀ ਦੀ ਹਾਲਤ ਵਿੱਚ ਉਹਨਾਂ ਨੂੰ ਆਪਣੀਆਂ ਥਾਵਾਂ ਛੱਡ ਕੇ ਗੁਰਦਾਸਪੁਰ ਵੱਲ ਨੂੰ ਹਟਣਾ ਪੈ ਗਿਆ। ਬੰਦਾ ਸਿੰਘ ਅਤੇ ਉਸ ਦੇ ਸਿੰਘ ਗੁਰਦਾਸਪੁਰੀਏ ਨਹੀਂ ਗਏ, ਸਗੋਂ ਉਹ ਪਿੱਛੇ ਹਟਦੇ ਹੋਏ ਰਸਤੇ ਵਿੱਚ ਪੈਂਦੇ ਗੁਰਦਾਸ ਨੰਗਲ ਨਾਮ ਦੇ ਪਿੰਡ ਵਿੱਚ ਇੱਕ ਹਵੇਲੀ ਵਿੱਚ ਟਿਕਾਣਾ ਮੱਲ ਕੇ ਬੈਠ ਗਏ ਤਾਂ ਕਿ ਫੌਜ ਨਾਲ ਇਸ ਮਾਮੂਲੀ ਜਿਹੇ ਸਿਰ ਲੁਕਾਵੇਂ ਦਾ ਆਸਰਾ ਲੈ ਕੇ ਦੋ ਹੱਥ ਕੀਤੇ ਜਾਣ। ਇਹ ਪਿੰਡ ਹੁਣ ਮੌਜੂਦ ਨਹੀਂ, ਇਸ ਦੀ ਥਾਂ ਇੱਕ ਉੱਚਾ ਥੇਹ ਹੈ। ਇਸ ਪੁਰਾਣੇ ਪਿੰਡ ਨੂੰ ਬੰਦੇ ਵਾਲੀ ਥੇਹ ਕਹਿੰਦੇ ਹਨ। ਇਹ ਥੇਹ ਇਸ ਵੇਲੇ ਦੇ ਗੁਰਦਾਸ ਨੰਗਲ ਪਿੰਡ ਤੋਂ ਲਹਿੰਦੇ ਵੱਲ 1.5 ਕੁ ਮੀਲ ਅਤੇ ਗੁਰਦਾਸਪੁਰ ਸ਼ਹਿਰੋਂ ਸਿੱਧਾ 4-4.5 ਮੀਲ ਦੱਖਣ ਲਹਿੰਦੇ ਨੂੰ ਹੈ। ਇਸ ਥੇਹ ਦੇ ਦੁਆਲੇ ਸਥਿਤ ਪਿੰਡ ਇਸ ਪ੍ਰਕਾਰ ਹਨ: ਨਵਾਂ ਪਿੰਡ 2 ਕਿਲੋਮੀਟਰ ਉੱਤਰ ਚੜ੍ਹਦੇ ਵਿੱਚ ਪੁਰੋਵਾਲ ਰਾਜਪੂਤਾਂ, ਇੰਨਾ ਕੁ ਉੱਤਰ ਵਿੱਚ ਪੁਰੋਵਾਲ ਜੱਟਾਂ, ਉੱਤਰ ਪੱਛਮ ਕਲਿਆਣਪੁਰ ਦੱਖਣ ਲਹਿੰਦੇ ਵਿੱਚ ਇੰਨੀ ਵਿੱਥ ਤੇ ਹਨ। ਇਹਨਾਂ ਸਾਰਿਆਂ ਪਿੰਡਾਂ ਦੀਆਂ ਜ਼ਮੀਨਾਂ ਹੱਦਾਂ ਮੌਜੂਦਾ ਗੁਰਦਾਸ ਨੰਗਲ ਨਾਲ ਲੱਗਦੀਆਂ ਹਨ। ਉਸ ਵੇਲੇ ਇਹ ਥੇਹ ਹੋਇਆ ਪਿਆ ਗੁਰਦਾਸਪੁਰ ਨੰਗਲ ਕੋਈ ਕਿਲੇ ਵਾਲਾ ਪਿੰਡ ਨਹੀਂ ਸੀ, ਕੋਈ ਛੋਟੀ ਮੋਟੀ ਗੜੀ ਵੀ ਨਹੀਂ ਸੀ। ਦੁਸ਼ਮਣ ਮਗਰ ਮੋਢੀ ਚੜ੍ਹਿਆ ਆ ਰਿਹਾ ਸੀ। ਜ਼ਖਮੀਆਂ ਅਤੇ ਪੈਦਲਾਂ ਦੀ ਗਿਣਤੀ ਕਾਫੀ ਸੀ, ਜਿਨ੍ਹਾਂ ਨੂੰ ਦੁਸ਼ਮਣ ਦੇ ਰਹਿਮੋ ਕਰਮ ਅਤੇ ਛੱਡ ਕੇ ਜਾਨ ਬਚਾਉਣ ਲਈ ਪਹਾੜਾਂ ਵੱਲ ਨਿਕਲ ਜਾਣਾ ਜੋ ਉਹ ਆਸਾਨੀ ਨਾਲ ਕਰ ਸਕਦੇ ਸਨ ਅਤੇ ਇਸਲਾਮੀ ਲਸ਼ਕਰ ਉਹਨਾਂ ਦੀ ਗਰਦ ਨੂੰ ਵੀ ਨਾ ਛੂਹ ਸਕਦਾ। ਸਿੰਘਾਂ ਦੀ ਸ਼ਾਨ ਦੇ ਬਰਾਬਰ ਨਹੀਂ ਸੀ। ਸਿੰਘ ਇੱਕ ਦੂਜੇ ਤੋਂ ਜਾਨਾਂ ਵਾਰਦੇ ਸਨ ਅਤੇ ਇੱਕ ਦੂਜੇ ਨੂੰ ਵੇਖ ਕੇ ਜਿਉਂਦੇ ਸਨ। ਉਹਨਾਂ ਦਾ ਜਿਉਣਾ ਮਰਨਾ ਸਾਂਝਾ ਸੀ। ਸੋ ਇਸ ਵੇਲੇ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਇੱਥੇ ਭਾਈ ਦੂਣੀ ਚੰਦ ਦੀ ਹਵੇਲੀ, ਜੋ ਕਾਫੀ ਖੁੱਲ੍ਹੀ ਸੀ, ਅੰਦਰ ਆਸਰਾ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਸੰਜੋਗ ਨਾਲ ਇਸ ਦੇ ਆਲੇ ਦੁਆਲੇ ਬੜੀ ਮਜ਼ਬੂਤ ਉੱਚੀ ਕੰਧ ਸੀ ਅਤੇ ਅੰਦਰ ਇਤਨੀ ਖੁੱਲ੍ਹੀ ਥਾਂ ਸੀ ਕਿ ਬੰਦਾ ਸਿੰਘ ਦੇ ਸਾਰੇ ਸਾਥੀ ਉੱਥੇ ਸਮਾ ਸਕਦੇ ਸਨ। ਸ਼ਾਹੀ ਫੌਜ ਵੱਲੋਂ ਬੰਦਾ ਸਿੰਘ ਨੂੰ ਗੁਰਦਾਸ ਨੰਗਲ 'ਚ ਘੇਰਨਾ। ਦੁਸ਼ਮਣ ਬੜੀ ਤੇਜ਼ੀ ਨਾਲ ਪਿੱਛੇ ਤੂਫਾਨਾਂ ਵਾਂਗ ਚੜ੍ਹਿਆ ਆ ਰਿਹਾ ਸੀ। ਪਹਾੜ ਇੱਥੋਂ ਚੋਖੇ ਦੂਰ ਸਨ, ਜਿਨ੍ਹਾਂ ਵਿੱਚ ਅਲੋਪ ਹੋ ਕੇ ਸਿੰਘ ਇਸ ਟਿੱਡੀ ਦਲ ਨੂੰ ਆਪਣੇ ਮਗਰੋਂ ਲਾਹ ਸਕਦੇ। ਇਸ ਗੜੀ ਵਿੱਚ ਆਸਰਾ ਲੈਣਾ ਬੰਦਾ ਸਿੰਘ ਦੀ ਮਜਬੂਰੀ ਸੀ। ਸਮੇਂ ਦੀ ਘਾਟ ਵੈਰੀ ਦਾ ਪੱਖ ਭਾਰਾ ਕਰ ਰਹੀ ਸੀ। ਬੰਦਾ ਸਿੰਘ ਫਿਰ ਵੀ ਕਾਹਲੀ ਨਾਲ ਜਿੰਨੀ ਕੁ ਟਾਕਰੇ ਲਈ
ਪਕਿਆਈ ਕਰ ਸਕਿਆ ਉਸਨੇ ਕੀਤੀ। ਰਸਦ, ਪਾਣੀ, ਦਾਣਾ ਪੱਠਾ ਅਤੇ ਲੜਾਈ ਲਈ ਬਰੂਦ ਆਦਿ ਜੋ ਸਮਾਨ ਛੇਤੀ ਛੇਤੀ ਜਮ੍ਹਾਂ ਹੋ ਸਕਿਆ ਉਹ ਕਰ ਲਿਆ। ਚੜ੍ਹੇ ਆ ਰਹੇ ਦੁਸ਼ਮਣ ਨੂੰ ਵਲਗਣ ਤੋਂ ਦੂਰ ਰੱਖਣ ਲਈ ਦਿਨ ਰਾਤ ਇੱਕ ਕਰਕੇ ਪਹਿਰਾਂ ਵਿੱਚ ਦੁਆਲੇ ਇੱਕ ਖਾਈ ਪੁੱਟ ਉਸਨੂੰ ਲਾਗਲੀ ਵਗਦੀ ਨਦੀ ਦੇ ਪਾਣੀ ਨਾਲ ਭਰ ਲਿਆ। ਇਸ ਦੇ ਨਾਲ ਹੀ ਸ਼ਾਹ ਨਹਿਰ ਵੱਢ ਦਿੱਤੀ ਅਤੇ ਪਹਾੜ ਨਾਲੋਂ ਆਉਂਦਿਆਂ ਛੋਟੇ ਛੋਟੇ ਨਾਲਿਆਂ ਅਤੇ ਚੋਆਂ ਦੇ ਪਾਣੀ ਦਾ ਰੁੱਖ ਗੜੀ ਦੇ ਦੁਆਲੇ ਇਸ ਤਰ੍ਹਾਂ ਕਰ ਦਿੱਤਾ ਕਿ ਚਾਰ ਚੁਫੇਰੇ ਦਲਦਲ ਹੋ ਗਈ, ਜਿਸ ਵਿੱਚ ਵੈਰੀ ਲਈ ਘੋੜ ਸਵਾਰ ਹੋ ਕੇ ਤਾਂ ਇੱਕ ਪਾਸੇ ਰਿਹਾ, ਪੈਦਲ ਲੰਘਣਾ ਵੀ ਔਖਾ ਹੋ ਗਿਆ। ਰਵਾਂ ਰਵੀ ਗੜੀ ਤੱਕ ਪੁੱਜ ਸਕਣਾ ਫੌਜ ਲਈ ਅਸਲੋਂ ਔਖਾ ਹੋ ਗਿਆ ਸੀ। ਨਜ਼ਦੀਕ ਪੁੱਜ ਕੇ ਵੀ ਦੁਸ਼ਮਣ ਸਿੰਘਾਂ ਤੋਂ ਕਾਫੀ ਦੂਰੀ ਤੇ ਸੀ। 7 ਅਪ੍ਰੈਲ ਸੰਨ 1715 ਨੂੰ ਦਿੱਲੀ ਵਿਖੇ ਬਾਦਸ਼ਾਹ ਫਰੱਖਸ਼ੀਰ ਤੇ ਹਜੂਰ ਖਬਰ ਪੁੱਜੀ ਕਿ ਅਬਦੁਸ ਸਮਦ ਖਾਂ ਸਿੰਘਾਂ ਦੇ ਪਿੱਛੇ ਉਹਨਾਂ ਦੀ ਗੁਰਦਾਸ ਨੰਗਲ ਵਾਲੀ ਥਾਂ, ਜਿੱਥੇ ਉਹ ਲੜਨ ਲਈ ਕਿਲ੍ਹਾ ਬੰਦ ਹੋਈ ਬੈਠੇ ਹਨ, ਪੁੱਜ ਗਿਆ ਹੈ ਅਤੇ ਸ਼ਾਹੀ ਅਮੀਰ ਮੋਰਚਾ ਪਟਵਾ ਘੇਰੇ ਲਈ ਪੁਸ਼ਤੇ ਆਦਿ ਬੰਨ੍ਹ ਰਹੇ ਹਨ। ਇਹ ਸੁਣ ਕੇ ਬਾਦਸ਼ਾਹ ਨੇ ਇਤਮਾਦ ਦੌਲਾ ਮੁਹੰਮਦ ਅਮੀ ਖਾਂ ਨੂੰ ਹੁਕਮ ਦਿੱਤਾ ਕਿ ਅਬਦੁਸ ਸਮਦ ਖਾਂ ਨੂੰ ਲਿਖੇ ਕਿ ਬਾਗੀ ਸਿੱਖ ਆਗੂ ਬੰਦਾ ਸਿੰਘ ਅਤੇ ਉਸਦੇ ਸਿੱਖ ਸਾਥੀਆਂ ਦੀ ਗਰਦਨ ਮਾਰ ਦੇਵੇ ਜਾਂ ਬੰਦੀ ਬਣਾ ਲਵੇ। ਬੰਦਾ ਸਿੰਘ ਨੇ ਬਹੁਤ ਸਾਰੇ ਸਿੰਘਾਂ ਨੂੰ ਗੜੀ ਵਿੱਚੋਂ ਬਾਹਰ ਪਿੰਡਾਂ ਵਿੱਚ ਭੇਜਿਆ ਤਾਂ ਕਿ ਸ਼ਾਹੀ ਸੈਨਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਹੁਤ ਸਾਰਾ ਦਾਣਾ ਫੱਕਾ ਅਤੇ ਘਾਹ ਪੱਠਾ ਇਕੱਤਰ ਕਰ ਲਿਆ ਜਾਵੇ, ਜਿਸ ਕਰਕੇ ਦੇਰ ਤੱਕ ਦੁਸ਼ਮਣ ਨਾਲ ਡਟ ਕੇ ਮੁਕਾਬਲਾ ਕੀਤਾ ਜਾਵੇ। ਤਦ ਅਬਦੁਸ ਸਮਦ ਖਾਂ ਅਤੇ ਉਸਦਾ ਲਸ਼ਕਰ ਗੁਰਦਾਸਪੁਰ ਨੰਗਲ ਪੁੱਜਾ ਤਾਂ ਬਹੁਤ ਸਾਰੇ ਸਿੰਘ ਦਾਣਾ ਪੱਠਾ ਇਕੱਠਾ ਕਰਨ ਲਈ ਪਿੰਡਾਂ ਵਿੱਚ ਫਿਰ ਰਹੇ ਸਨ। ਸੂਈਆਂ ਇਹ ਖਬਰ ਫੌਜਦਾਰਾਂ ਨੂੰ ਪੁੱਜਦੀ ਕਰ ਦਿੱਤੀ ਸੀ। ਬਹੁਤ ਸਾਰੀ ਫੌਜ ਗਸ਼ਤੀ ਦਸਤਿਆਂ ਦੀ ਸ਼ਕਲ ਵਿੱਚ ਪਿੰਡਾਂ ਵਿੱਚ ਭੇਜੀ ਗਈ ਅਤੇ ਇਸ ਤਰ੍ਹਾਂ ਚੋਖੇ ਸਿੰਘ ਇਹਨਾਂ ਗਸ਼ਤੀ ਦਸਤਿਆਂ ਦੇ ਹੱਥ ਆ ਗਏ। ਬਹੁਤੇ ਲੜਦੇ ਹੋਏ ਮਾਰੇ ਗਏ, ਜੋ ਫੜੇ ਗਏ ਕੈਦ ਕਰਕੇ ਦਲੇਰੇ ਜੰਗ ਪਾਸ ਲਿਆਂਦੇ ਗਏ। ਇਸ ਨੇ ਬੁਰੀ ਤਰ੍ਹਾਂ ਤਸੀਹੇ ਦੇ ਦੇ ਕੇ ਉਹਨਾਂ ਦਾ ਕਤਲ ਕਰਵਾ ਦਿੱਤਾ। ਬਾਦਸ਼ਾਹੀ ਸੈਨਾ ਨੇ ਗੁਰਦਾਸਪੁਰ ਨੰਗਲ ਪੁੱਜਦੇ ਸਾਰ ਘੇਰਾ ਪਾ ਲਿਆ ਅਤੇ ਸਾਰੇ ਨਾਕੇ ਪੂਰੀ ਕਰੜਾਈ ਨਾਲ ਬੰਦ ਕਰ ਦਿੱਤੇ। 14 ਅਪ੍ਰੈਲ ਨੂੰ ਦਿੱਲੀ ਬਾਦਸ਼ਾਹ ਪਾਸ ਪੁੱਜੀ ਖਬਰ ਅਨੁਸਾਰ ਅਬਦੁਸ ਸਮਦ ਖਾਂ ਪਾਸ ਰੈਗੂਲਰ ਸ਼ਾਹੀ ਫੌਜ ਦੀ ਗਿਣਤੀ 24,000 ਸੀ, ਜਿਸ ਵਿੱਚ 12,000 ਸਵਾਰ ਅਤੇ 12,000 ਪੈਦਲ ਸਨ ਅਤੇ ਨਾਲ ਬਹੁਤ ਵੱਡਾ ਤੋਪਖਾਨਾ ਵੀ ਸੀ। ਮੁਲਖਈਆਂ ਅਤੇ ਹੋਰ ਧਾੜਾਂ ਇਸ ਤੋਂ ਵੱਖਰੀਆਂ ਸਨ। ਦਲੇਰੇ ਜੰਗ ਨੇ ਇਸ ਹਾਜ਼ਰ ਫੌਜ ਨਾਲ ਸਿੰਘਾਂ ਦੇ ਦੁਆਲੇ ਘੇਰਾ ਇਤਨਾ ਮਜ਼ਬੂਤ ਅਤੇ ਪਹਿਰਾ ਇਤਨਾ ਸਖਤ ਕਰ ਦਿੱਤਾ ਕਿ ਘਾਹ ਦੀ ਇੱਕ ਤਿੜ ਅਤੇ ਅੰਨ ਦਾ ਦਾਣਾ ਵੀ ਕਿਸੇ ਪਾਸਿਓਂ ਅੰਦਰ ਨਹੀਂ ਸੀ ਜਾ ਸਕਦਾ। ਅਬਦੁਸ ਸਮਦ ਖਾਂ ਅਤੇ ਉਸਦਾ ਪੁੱਤਰ ਜ਼ਕਰੀਆ ਖਾਂ ਨੇ ਕਈ ਹਜ਼ਾਰ ਆਪਣੀ ਅਤੇ ਆਪਣੇ ਹਮਾਇਤੀਆਂ ਦੀਆਂ ਚੋਣਵੀਆਂ ਫੌਜਾਂ ਨਾਲ ਮਿਥ ਕੇ ਹੱਲੇ ਕਰਕੇ ਸਿੰਘਾਂ ਦੀ ਗੜੀ ਨੂੰ ਸਰ ਕਰ ਲੈਣ ਦੇ ਯਤਨ ਕੀਤੇ, ਪਰ ਅੱਗੇ ਹਰ ਵਾਰ ਮੂੰਹ ਦੀ ਖਾ ਕੇ ਪਿੱਛੇ ਹਟਦੇ ਰਹੇ। ਮੁਗਲ ਫੌਜਾਂ ਦੇ ਮੁਕਾਬਲੇ ਤੇ ਅੰਦਰ ਮੁੱਠੀ ਭਰ ਸਿੰਘ ਸਨ। ਪ੍ਰਸਿੱਧ ਇਤਿਹਾਸਕਾਰ ਡਾਕਟਰ ਹਰੀ ਰਾਮ ਗੁਪਤਾ ਆਪਣੀ ਪੁਸਤਕ ਹਿਸਟਰੀ ਆਫ ਦੀ ਸਿੱਖਸ ਭਾਗ 2 ਦੇ ਸਫਾ 28 ਤੇ ਲਿਖਦੇ ਹਨ ਕਿ ਬੰਦਾ ਸਿੰਘ ਦੇ ਨਾਲ ਸਿੰਘਾਂ ਚੋਂ ਅੰਦਰ 1250 ਸਿੰਘ ਅਤੇ ਥੋੜ੍ਹੇ ਜਿਹੇ ਘੋੜੇ ਗੜੀ ਵਿੱਚ ਸਮਾ ਸਕੇ ਸਨ। ਬਾਕੀਆਂ ਨੂੰ ਕਹਿ ਦਿੱਤਾ ਗਿਆ ਸੀ ਕਿ ਚਾਰ ਚੁਫੇਰੇ ਖਿੱਲਰ ਕੇ ਸੁਰੱਖਿਅਤ ਥਾਈਂ ਚਲੇ ਜਾਣ ਅਤੇ ਔਖ ਦਾ ਸਮਾਂ ਟਪਾ ਲੈਣ। ਕਾਹਲੀ ਦੇ ਕਾਰਨ ਗੜੀ ਦੇ ਅੰਦਰ ਘਾਹ ਪੱਠਾ ਵੀ ਘੱਟ ਹੀ ਜਮ੍ਹਾਂ ਹੋ ਸਕਿਆ ਸੀ। ਇਸ ਲਈ ਹਰ ਰੋਜ਼ 2-3 ਵਾਰ 40-40, 50-50 ਸਿੰਘ ਬਾਹਰ ਨਿਕਲਦੇ ਅਤੇ ਦਾਣਾ ਪੱਠਾ ਇਕੱਠਾ ਕਰਦੇ ਮੁੜ ਗੜੀ ਅੰਦਰ ਜਾ ਵੜਦੇ। ਉਹ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਆਪਣੇ ਘੋੜਿਆਂ ਲਈ ਰਸਦ ਪੱਠੇ ਦੇ ਜ਼ਖੀਰੇ ਇੰਜ ਵਧਾ ਰਹੇ ਸਨ ਕਿ ਲੜਾਈ ਨੂੰ ਲੰਮਾ ਕਰਕੇ ਬਾਹਰ ਘੇਰਾ ਘੱਤੀ ਬੈਠੀ ਸ਼ਾਹੀ ਸੈਨਾ ਨੂੰ ਅੰਦਰੋਂ ਛਪੋਲ ਮਾਰ ਕੇ ਜਿੱਚ ਕਰਕੇ ਦਮੋਂ ਕੱਢ ਦਿੱਤਾ ਜਾਵੇ ਤਾਂ ਜੋ ਆਪੇ ਹੀ ਝੱਖ ਮਾਰ ਕੇ ਉੱਠ ਜਾਣ। ਇਬਰਤਨਾਮਾ ਦਾ ਲਿਖਾਰੀ ਮੁਹੰਮਦ ਕਾਸਿਮ ਇਸ ਵੇਲੇ ਲਾਹੌਰ ਦੇ ਨਾਇਬ ਨਾਜ਼ਿਮ ਆਰਿਫ ਬੇਗ ਖਾਂ ਦੀ ਨੌਕਰੀ ਵਿੱਚ ਇਸ ਮੁਹਿੰਮ ਵਿੱਚ ਖੁਦ ਉੱਥੇ ਮੌਜੂਦ ਸੀ। ਜੋ ਸਿੰਘ ਰੋਜ਼ ਦਾਣਾ ਪੱਠਾ ਇਕੱਠਾ ਕਰਕੇ ਅੰਦਰ ਲਿਆਉਣ ਲਈ ਗੜੀ ਤੋਂ ਬਾਹਰ ਨਿਕਲਦੇ ਸਨ ਅਤੇ ਆਪਣੇ ਬਾਹੂਬਲ ਨਾਲ ਜੋ ਹੱਥ ਆਵੇ ਖੋਹ ਇੰਜ ਲੈ ਕੇ ਅੰਦਰ ਜਾ ਵੜਦੇ ਸਨ ਅਤੇ ਸ਼ਾਹੀ ਫੌਜ ਦੇ ਦਸਤੇ ਜੋ ਉਹਨਾਂ ਨੂੰ ਰੋਕਣ ਜਾਂ ਫੜਨ ਦਾ ਯਤਨ ਕਰਦੇ ਸਨ, ਉਹਨਾਂ ਨੂੰ ਤੀਰਾਂ ਤਲਵਾਰਾਂ ਨਾਲ ਝਾੜ ਕੇ ਕਿਵੇਂ ਪਰਾਂ ਸੁੱਟ ਜਾਂਦੇ ਸਨ। ਇਸ ਬਾਰੇ ਮੌਕੇ ਦਾ ਗਵਾਹ
ਮੁਹੰਮਦ ਕਾਸਿਮ ਲਿਖਦਾ ਹੈ, ਜਦ ਕਦੀ ਸਾਡੇ ਆਦਮੀ ਅੱਪੜ ਕੇ ਉਹਨਾਂ ਨੂੰ ਹੁਟਕਦੇ ਤਾਂ ਤੀਰ, ਬੰਦੂਕ ਜਾਂ ਤਲਵਾਰ ਨਾਲ ਮੁਗਲਾਂ ਦਾ ਵੀ ਕਾਟਾ ਕਰਕੇ ਧਰ ਜਾਂਦੇ। ਫਿਰ ਅੱਗੇ ਲਿਖਦਾ ਹੈ, ਦੋਜ਼ਖੀ ਸਿੱਖਾਂ ਦੇ ਬਹਾਦਰੀ ਦੇ ਅਤੇ ਦਲੇਰੀ ਦੇ ਕਾਰਨਾਮੇ ਹੈਰਾਨ ਕਰ ਦੇਣ ਵਾਲੇ ਸਨ। ਹਰ ਰੋਜ਼ 2 ਜਾਂ 3 ਵਾਰੀ ਕੁਝ 40 ਜਾਂ 50 ਕਲਮੂਹੇ ਸਿੱਖ ਆਪਣੇ ਪਸ਼ੂ ਡੰਗਰਾਂ ਵਾਸਤੇ ਘਾਹ ਪੱਠੇ ਲਈ ਨਿਝੱਕ ਅਤੇ ਬਗੈਰ ਕਿਸੇ ਦੇ ਡਰੋਂ ਬਾਹਰ ਨਿਕਲਦੇ, ਅਤੇ ਜਦ ਬਾਦਸ਼ਾਹੀ ਲਸ਼ਕਰੀਆਂ ਦੀਆਂ ਚੋਣਵੀਆਂ ਮਿਲਵਈਆਂ ਫੌਜਾਂ ਟੁਕੜੀਆਂ ਉਹਨਾਂ ਨੂੰ ਰੋਕਣ ਲਈ ਜਾਂਦੀਆਂ ਤਾਂ ਉਹ ਆਪਣੇ ਤੀਰਾਂ, ਬੰਦੂਕਾਂ ਅਤੇ ਛੋਟੀਆਂ ਤਲਵਾਰਾਂ ਨਾਲ ਮੁਗਲ ਫੌਜਾਂ ਦੇ ਆਹੂ ਲਾ ਕੇ ਅਲੋਪ ਹੋ ਜਾਂਦੇ। ਸਾਡੇ ਲਸ਼ਕਰ ਦੇ ਕਮਾਂਡਰਾਂ ਦੇ ਦਿਲਾਂ ਵਿੱਚ ਸਿੱਖ ਆਗੂ ਬੰਦਾ ਸਿੰਘ ਦੀ ਜਾਦੂਗਰੀ ਅਤੇ ਸਿੰਘਾਂ ਦਾ ਖੌਫ ਇਤਨਾ ਘਰ ਕਰ ਗਿਆ ਸੀ ਕਿ ਦੋਵੇਂ ਹੱਥ ਚੁੱਕ ਕੇ ਖੁਦਾਵੰਦ ਪਾਕ ਅੱਗੇ ਦੁਆ ਕਰਦੇ ਸਨ ਕਿ ਉਹ ਕੋਈ ਐਸਾ ਭਾਣਾ ਵਰਤਾਏ ਕਿ ਬੰਦਾ ਗੜੀ ਵਿੱਚੋਂ ਨਿਕਲ ਕੇ ਕਿਧਰੇ ਨੱਠ ਜਾਵੇ। ਇਸ ਨਾਲ ਸਾਡੀ ਅਤੇ ਨੌਕਰਾਂ ਦੀ ਇੱਜ਼ਤ ਆਬਰੂ ਬਣੀ ਰਹੇਗੀ। ਇਹ ਸੀ ਮਾਨਸਿਕ ਦਸ਼ਾ ਉਸ ਵੇਲੇ ਬਾਦਸ਼ਾਹੀ ਸੈਨਾ ਦੇ ਸਰਦਾਰਾਂ ਦੀ, ਜੋ ਇਤਨੀ ਵੱਡੀ ਫੌਜ ਦੇ ਨਾਲ ਗੜੀ ਦੁਆਲੇ ਘੇਰਾ ਘੱਤੀ ਬੈਠੇ ਸਨ ਅਤੇ ਅੰਦਰ ਸਨ ਸਿਰਫ 1250 ਆਦਮੀ। ਇਹਨਾਂ ਹੱਲਿਆਂ ਅਤੇ ਸ਼ਾਹੀ ਫੌਜ ਵੱਲੋਂ ਚੁਗਿਰਦੇ ਘੇਰੇ ਦੀ ਪਕਿਆਈ ਸੰਬੰਧੀ ਰਿਪੋਰਟ ਇੱਕ ਚਿੱਠੀ ਰਾਹੀਂ ਬਾਦਸ਼ਾਹ ਨੂੰ 20 ਅਪ੍ਰੈਲ ਨੂੰ ਦਿੱਲੀ ਵਿਖੇ ਪੁੱਜੀ। ਮੁਨਤਖਬੁਲ ਲਬਾਬ ਦਾ ਕਰਤਾ ਖਾਫੀ ਖਾਂ ਲਿਖਦਾ ਹੈ ਕਿ ਬਾਦਸ਼ਾਹੀ ਲਸ਼ਕਰ ਵਿੱਚ ਬੰਦੇ ਦੀ ਜਾਦੂਗਰੀ ਦਾ ਇਤਨਾ ਡਰ ਫੈਲਿਆ ਹੋਇਆ ਸੀ ਕਿ ਜੇਕਰ ਗੜੀ ਵਿੱਚੋਂ ਬਿੱਲੀ ਜਾਂ ਕੁੱਤਾ ਬਾਹਰ ਨਿਕਲਦਾ ਅਤੇ ਪਹਿਰੇ 'ਤੇ ਖੜ੍ਹੇ ਆਦਮੀ ਉਸ ਉੱਤੇ ਟੁੱਟ ਪੈਂਦੇ ਅਤੇ ਇੱਟ ਪੱਥਰ ਤੀਰ ਬੰਦੂਕ ਨਾਲ ਉਸ ਨੂੰ ਦੂਰੋਂ ਹੀ ਮਾਰ ਸੁੱਟਦੇ, ਅਤੇ ਇਹ ਵੀ ਕੋਈ ਜਾਦੂਗਰੀ ਦੀ ਹੀ ਬਲਾ ਨਾ ਹੋਵੇ। ਫਰੱਖਸ਼ੀਅਰ ਦੇ ਦਰਬਾਰ ਵਿੱਚ ਸੱਯਦ ਭਰਾਵਾਂ ਦੀ ਹੀ ਚੱਲਦੀ ਸੀ। ਫਰੱਖਸ਼ੀਅਰ ਨੂੰ ਬਾਦਸ਼ਾਹ ਬਣਾਇਆ ਹੀ ਉਹਨਾਂ ਨੇ ਸੀ ਅਤੇ ਬਾਦਸ਼ਾਹ ਉੱਤੇ ਉਹਨਾਂ ਦਾ ਬਹੁਤ ਹੀ ਅਸਰ ਸੀ। ਉਹ ਜੋ ਕਹਿੰਦੇ ਸਨ ਸੋ ਕਰਦਾ। ਇਹਨਾਂ ਦੀ ਦਲੇਰੇ ਜੰਗ ਨਾਲ ਬਹੁਤ ਲੱਗਦੀ ਸੀ। ਇਸ ਲਈ ਜਦ ਗੜੀ ਦਾ ਘੇਰਾ ਘੱਤਿਆ 3-4 ਮਹੀਨੇ ਹੋ ਗਏ ਅਤੇ ਬੰਦਾ ਸਿੰਘ ਨੇ ਸ਼ਾਹੀ ਲਸ਼ਕਰ ਦੀ ਕੋਈ ਪੇਸ਼ ਨਾ ਜਾਣ ਦਿੱਤੀ ਤਾਂ ਉਹਨਾਂ ਬਾਦਸ਼ਾਹ ਨੂੰ ਕਿਹਾ ਕਿ ਇਹ ਸਾਰਾ ਕਸੂਰ ਦਲੇਰੇ ਜੰਗ ਦੀ ਸੁਸਤੀ ਦਾ ਹੈ। ਉਹ ਆਰਾਮ ਨਾਲ ਢਿੱਲਾ ਹੋਇਆ ਬੈਠਾ ਹੈ। ਉਹਨਾਂ ਨੂੰ ਅਹਿਸਾਸ ਸੀ ਕਿ ਬੰਦਾ ਸਿੰਘ ਨੂੰ ਕਾਬੂ ਕਰ ਲੈਣਾ ਅਬਦੁਸ ਸਮਦ ਖਾਂ ਦੇ ਵੱਸ ਦਾ ਰੋਗ ਨਹੀਂ। ਉਹ ਸੱਯਦ ਘਰਾਣਾ ਅਬਦੁਸ ਸਮਦ ਖਾਂ ਅਤੇ ਤਤਾਰੀ ਘਰਾਣੇ ਨੂੰ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਬਿਲਕੁਲ ਨੀਚਾ ਦਿਖਾ ਕੇ ਕੌਡੀਓਂ ਖੋਟਾ ਕਰਨਾ ਚਾਹੁੰਦਾ ਸੀ। ਬੰਦਾ ਸਿੰਘ ਦੀ ਅਗਵਾਈ ਵਿੱਚ ਉਹ ਸਿੱਖ ਲਹਿਰ ਦੇ ਉਭਾਰ ਨੂੰ ਵੀ ਖਤਮ ਕਰਨਾ ਚਾਹੁੰਦੇ ਸਨ। ਸਦਾਤ ਬਾਰੇ ਦੇ ਸੱਯਦਾਂ ਦਾ ਬ੍ਰਿਗੇਡ, ਜੋ ਮੁਗਲ ਸੈਨਾ ਵਿੱਚ ਅਜਿੱਤ ਮੰਨਿਆ ਜਾਂਦਾ ਸੀ, ਉਹ ਵੀ ਬੰਦਾ ਸਿੰਘ ਦੇ ਸਾਹਮਣੇ ਅੜ ਨਹੀਂ ਸੀ ਸਕਿਆ। ਲੋਹਗੜ੍ਹ ਦੇ ਪਹਿਲੇ ਘੇਰੇ ਵੇਲੇ ਉਹ ਬਹਾਦਰ ਸ਼ਾਹ ਦੇ ਲਸ਼ਕਰ ਦੇ ਨਾਲ ਸਨ ਅਤੇ ਸਿੱਖਾਂ ਹੱਥੋਂ ਇਹਨਾਂ ਦੀ ਬੁਰੀ ਬਾਬ ਹੋਈ ਸੀ। ਫਿਰ ਖਾਲਸੇ ਨੇ ਗੰਗ ਦੁਆਬ ਦੇ ਹਮਲੇ ਵੇਲੇ ਸਦਾਤ ਬਾਰੇ ਦੇ ਪਿੰਡਾਂ ਨੂੰ ਚੰਗੀ ਤਰ੍ਹਾਂ ਸੋਧਿਆ ਸੀ ਅਤੇ ਸੱਯਦਾਂ ਦੀ ਰਹੀ ਸਹੀ ਸ਼ਾਖ ਵੀ ਮਿੱਟੀ ਵਿੱਚ ਮਿਲਾ ਦਿੱਤੀ ਸੀ। ਇਹ ਸੱਯਦ ਭਰਾ ਉਦੋਂ ਦੇ ਹੀ ਬੰਦਾ ਸਿੰਘ ਵਿਰੁੱਧ ਅਧਮੋਏ ਸੱਪ ਵਾਂਗ ਵਿਸ ਘੋਲ ਰਹੇ ਸਨ। ਅਬਦੁਸ ਸਮਦ ਖਾਂ ਬੰਦਾ ਸਿੰਘ ਨੂੰ ਮਾਰ ਲਵੇ ਜਾਂ ਜਿੰਦਾ ਫੜ ਲੈਣ ਵਿੱਚ ਸਫਲ ਹੋ ਜਾਵੇ, ਇਹ ਉਹਨਾਂ ਦੀ ਦਿਲੀ ਖਾਹਿਸ਼ ਸੀ। ਪਰ ਉਹਨਾਂ ਦੀ ਇਹ ਵੀ ਨੀਅਤ ਸੀ ਕਿ ਅਬਦੁਸ ਸਮਦ ਖਾਂ ਕਾਹਲੀ ਅਤੇ ਬੇਪਰਵਾਹੀ ਵਿੱਚ ਕੋਈ ਐਸਾ ਕਦਮ ਪੁੱਟੇ ਜਿਸ ਨਾਲ ਉਸ ਨੂੰ ਹਾਰ ਹੋਵੇ, ਤਾਂ ਇਸ ਤਤਾਰੀ ਖਾਨਦਾਨ ਦਾ ਮੁਗਲ ਦਰਬਾਰ ਵਿੱਚੋਂ ਜ਼ੋਰ ਤੋੜਿਆ ਜਾਵੇ। ਇਸ ਲਈ ਸੱਯਦ ਭਰਾਵਾਂ ਨੇ ਫਰੱਖਸ਼ੀਅਰ ਨੂੰ ਅਬਦੁਸ ਸਮਦ ਖਾਂ ਵਿਰੁੱਧ ਚੰਗਾ ਭਖਾਇਆ। ਬਾਦਸ਼ਾਹ ਨੇ ਦਲੇਰੇ ਜੰਗ ਨੂੰ ਗੁੱਸੇ ਨਾਲ ਲਿਖਿਆ ਕਿ ਘੇਰਾ ਘੱਤੀ ਬੈਠਾ ਹੋਰ ਸਮਾਂ ਨਾ ਗਵਾਏ, ਜਿਤਨਾ ਛੇਤੀ ਹੋ ਸਕੇ ਕਿਲੇ ਨੂੰ ਸਰ ਕਰੇ ਅਤੇ ਬੰਦੇ ਨੂੰ ਜਿਉਂਦਾ ਫੜ ਕੇ ਸਾਡੇ ਪਾਸ ਦਿੱਲੀ ਪਹੁੰਚਾਵੇ। ਪਰ ਰੱਬ ਰਹਿਮਤ ਕਰੇ, ਅਬਦੁਸ ਸਮਦ ਖਾਂ ਉੱਤੇ ਕੀ ਰਤਾ ਵੀ ਇਰਾਦਿਓਂ ਨਾ ਡੋਲਿਆ ਅਤੇ ਆਪਣੇ ਸ਼ਰੀਫ ਆਦਮੀ ਸਿੱਖਾਂ ਹੱਥੋਂ ਨਾ ਮਰਵਾਏ ਅਤੇ ਦਾਨਿਸ਼ਮੰਦੀ ਦੀ ਅਤੇ ਰਾਜਨੀਤੀ ਨਾਲ ਕੰਮ ਕਰਦਾ ਰਿਹਾ। ਇਸ ਵਿੱਚ ਉਸ ਦੀ ਕੋਈ ਰਾਜਨੀਤੀ ਜਾਂ ਦਾਨਿਸ਼ਮੰਦੀ ਨਜ਼ਰ ਨਹੀਂ ਆਉਂਦੀ। ਸੱਚ ਇਹ ਹੈ ਕਿ ਅਬਦੁਸ ਸਮਦ ਖਾਂ ਸਿੱਖਾਂ ਤੋਂ ਇਤਨਾ ਡਰਦਾ ਸੀ ਕਿ ਬਾਦਸ਼ਾਹ ਦਾ ਗੁੱਸਾ ਤਾਂ ਸਿਰ 'ਤੇ ਝੱਲਿਆ, ਪਰ ਬੰਦਾ ਸਿੰਘ ਨਾਲ ਵੱਧ ਕੇ ਮੱਥਾ ਨਹੀਂ ਲਾਇਆ। ਅਬਦੁਸ ਸਮਦ ਖਾਂ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਕਿ ਘੇਰੇ ਵਿੱਚ ਆਇਆ ਹੋਇਆ ਸਿੰਘਾਂ ਨੂੰ ਬਚ ਕੇ ਨਿਕਲ ਜਾਣ ਤੋਂ ਰੋਕਣ ਲਈ 30,000 ਤੋਂ ਘੱਟ
ਨਫਰੀ ਦੀ ਲੋੜ ਨਹੀਂ ਹੋਵੇਗੀ। ਜਦ ਆਪਣੀ ਆਈ ਤੇ ਆ ਕੇ ਸਿੰਘਾਂ ਗੜੀ ਚੋਂ ਨਿਕਲ ਜਾਣ ਦਾ ਫੈਸਲਾ ਕਰ ਲਿਆ ਤਾਂ 24,000 ਦੀ ਨਫਰੀ ਜੋ ਉਸ ਪਾਸ ਹੈ ਉਹਨਾਂ ਦੀ ਯਲਗਾਰ ਨੂੰ ਠੱਲ ਨਹੀਂ ਪਾ ਸਕੇਗੀ। ਆਪਣੇ ਹੋਣ ਵਾਲੇ ਨੁਕਸਾਨ ਤੋਂ ਉਹ ਇੰਨਾ ਚਿੰਤਾਤੁਰ ਸੀ। ਫਰੱਖਸ਼ੀਅਰ ਨੇ ਬੰਦਾ ਸਿੰਘ ਦੇ ਝੇੜੇ ਨੂੰ ਛੇਤੀ ਖ਼ਤਮ ਕਰਨ ਲਈ ਅਬਦੁਸ ਸਮਦ ਖਾਂ ਦੀ ਸਹਾਇਤਾ ਲਈ ਕੁਮਰਉੱਦੀਨ ਖਾਂ ਦੀ ਕਮਾਨ ਥੱਲੇ ਇੱਕ ਤਕੜੀ ਅਤੇ ਸੱਜਰ ਸ਼ਾਹ ਫੌਜ ਦਿੱਲੀਓਂ ਗੁਰਦਾਸਪੁਰ ਨੰਗਲ ਭੇਜ ਦਿੱਤੀ। ਕੁਮਰਉੱਦੀਨ ਦਾ ਇਸ ਮੁਸ਼ਕਿਲ ਦੇ ਸਮੇਂ ਫੌਜ ਲੈ ਕੇ ਪਹੁੰਚ ਜਾਣਾ ਅਬਦੁਸ ਸਮਦ ਖਾਂ ਵਾਸਤੇ ਸ਼ਾਂਤੀ ਅਤੇ ਖੁਸ਼ੀ ਦਾ ਕਾਰਨ ਸੀ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 153 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।